हेलो एवरीवन, वेलकम टू स्टडी शॉर्टकट्स। योर स्टडी बिकम्स ईजियर। सो आज आप ਕਰਨ ਵਾਲੇ ਹਾਂ ਜੀ ਕੋਲਬਰਗਸ ਮੋਰਲ ਡਿਵੈਲਪਮੈਂਟ ਥਿਊਰੀ। ਇਸ ਤੋਂ ਪਹਿਲਾਂ ਆਪਾਂ ਪਿਆਜੇ ਔਰ ਵੈਗੋਟਸਕੀ ਦੀ ਥਿਊਰੀਜ਼ ਪੜ੍ਹ ਚੁੱਕੇ ਹਾਂ। ਅਗਰ ਤੁਹਾਨੂੰ ਵੀਡੀਓ ਹਾਲ ਤੱਕ ਨਹੀਂ ਦੇਖੀ ਤਾਂ ਆਈ ਬਟਨ ਤੇ ਕਲਿੱਕ ਕਰਕੇ ਤੁਸੀਂ ਉਹ ਵੀਡੀਓਜ਼ ਨੂੰ ਦੇਖ ਸਕਦੇ ਹੋ। ਵੀਡੀਓ ਵਿੱਚ ਆਪਾਂ ਗੱਲ ਕਰਨ ਵਾਲੇ ਹਾਂ ਜੀ ਕੋਲਬਰਗਸ ਦੀ ਮੋਰਲ ਡਿਵੈਲਪਮੈਂਟ ਥਿਊਰੀ ਬਾਰੇ। ਪੂਰੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਕੇ ਆਲ ਤੇ ਜ਼ਰੂਰ ਕਲਿੱਕ ਕਰ ਲਿਓ ਤਾਂ ਕਿ ਇਸ ਤਰ੍ਹਾਂ ਦੀ ਸਾਰੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚਦੀ ਰਹੇ। ਪਰ ਕਈ ਵਾਰ ਤੁਹਾਡੇ ਤੱਕ YouTube ਦੀ ਨੋਟੀਫਿਕੇਸ਼ਨ ਨਹੀਂ ਪਹੁੰਚ ਪਾਉਂਦੀ ਤਾਂ ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ। ਉੱਥੇ ਤੁਹਾਨੂੰ ਸਾਰੀ PDFs ਵੀ ਮਿਲਣਗੀਆਂ ਤੇ ਨੋਟਸ ਵੀ ਮਿਲਣਗੇ। MCQ ਦੀ PDF ਵੀ ਤੁਹਾਨੂੰ ਉੱਥੇ ਮਿਲੇਗੀ ਤੇ ਨਾਲ ਹੀ ਵੀਡੀਓਜ਼ ਦਾ ਨੋਟੀਫਿਕੇਸ਼ਨ ਵੀ ਤੁਹਾਨੂੰ ਟਾਈਮ ਸਿਰ ਸਭ ਤੋਂ ਪਹਿਲਾਂ ਆਉਂਦਾ ਰਹੇਗਾ। ਜੀ ਸ਼ੁਰੂ ਕਰਦੇ ਵੀਡੀਓ ਨੂੰ। ਕੋਲਬਰਗਸ ਮੋਰਲ ਡਿਵੈਲਪਮੈਂਟ ਥਿਊਰੀ। ਕੋਲਬਰਗ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਜੀਨ ਪਿਆਜੇ ਜੋ ਇੱਕ ਸਵਿਸ ਸਾਈਕੋਲੋਜਿਸਟ ਹੋਏ ਆ ਜਿਨ੍ਹਾਂ ਨੇ ਕੋਗਨੀਟਿਵ ਡਿਵੈਲਪਮੈਂਟ ਆਫ ਥਿਊਰੀ ਦਿੱਤੀ ਸੀ 1936। ਉਸੇ ਤਰ੍ਹਾਂ ਵੈਗੋਟਸਕੀ ਇੱਕ ਰਸ਼ੀਅਨ ਸਾਈਕੋਲੋਜਿਸਟ ਹੋਏ ਆ ਜਿਨ੍ਹਾਂ ਨੇ ਸੋਸ਼ੀਓ ਕਲਚਰਲ ਡਿਵੈਲਪਮੈਂਟ ਦੀ ਥਿਊਰੀ ਦਿੱਤੀ ਸੀ। ਉਸੇ ਤਰ੍ਹਾਂ ਲਾਰੈਂਸ ਕੋਲਬਰਗ ਜੋ ਹੈ ਉਹ ਇੱਕ ਅਮਰੀਕਨ ਡਿਵੈਲਪਮੈਂਟ ਸਾਈਕੋਲੋਜਿਸਟ ਹੋਏ ਆ ਜਿਨ੍ਹਾਂ ਨੇ ਮੋਰਲ ਡਿਵੈਲਪਮੈਂਟ ਦੀ ਆਪਣੀ ਥਿਊਰੀ ਦਿੱਤੀ ਹੈ 1958 ਦੇ ਵਿੱਚ ਦਿੱਤੀ ਸੀ। ਥੋੜ੍ਹਾ ਜਿਹਾ ਸਭ ਤੋਂ ਪਹਿਲਾਂ ਉਹਨਾਂ ਬਾਰੇ ਗੱਲ ਕਰ ਲੈਂਦੇ ਹਾਂ, ਫਿਰ ਇਹਨਾਂ ਦੀ ਡਿਵੈਲਪਮੈਂਟ ਥਿਊਰੀ ਬਾਰੇ ਗੱਲ ਕਰਾਂਗੇ। ਸੋ ਜੋ ਕੋਲਬਰਗ ਹੈ ਉਹਨਾਂ ਦੀ ਸਭ ਤੋਂ ਪਹਿਲੀ ਅਕੈਡਮਿਕ ਅਪੁਆਇੰਟਮੈਂਟ ਯਾਨੀ ਕਿ ਵਿਦਿਅਕ ਨਿਯੁਕਤੀ ਜਿਹੜੀ ਆ ਉਹ 1958 ਤੋਂ 1961 ਦੇ ਵਿੱਚ ਹੋਈ। ਕਿੱਥੇ ਹੋਈ ਸੀ? ਯੈਲੇ ਯੂਨੀਵਰਸਿਟੀ ਦੇ ਵਿੱਚ ਹੋਈ ਸੀ, ਜਿੱਥੇ ਉਹ ਸਾਈਕੋਲੋਜੀ ਦੇ ਅਸਿਸਟੈਂਟ ਪ੍ਰੋਫੈਸਰ ਵਜੋਂ ਜਿਹੜੇ ਉੱਥੇ ਨਿਯੁਕਤ ਹੋਏ ਸੀ। 1955 ਦੇ ਨੇ ਵਿਆਹ ਕਰਵਾਇਆ ਸੀ ਲੂਸੀਲ ਸਟਿਗਬਰਗ ਨਾਲ ਤੇ ਉਹਨਾਂ ਦੇ 2 ਬੇਟੇ ਹੋਏ ਸੀ, ਡੇਵਿਡ ਤੇ ਸਟੀਵਨ। ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਜੋ ਪੈਰਾਗ੍ਰਾਫ ਹੈ ਇਸ ਦੇ ਵਿੱਚ ਇਹ ਸਾਰੀ ਚੀਜ਼ ਜਿਹੜੀ ਮੈਂਸ਼ਨ ਹੈਗੀ ਹੈ। PDF ਤੁਹਾਨੂੰ ਜ਼ਰੂਰ ਮਿਲ ਜਾਏਗੀ ਟੈਲੀਗ੍ਰਾਮ ਚੈਨਲ ਤੋਂ। ਕੋਲਬਰਗ ਨੇ 1961 ਤੋਂ 1962 ਦੇ ਸਾਲ ਦੇ ਵਿੱਚ ਉਹਨਾਂ ਨੇ ਐਡਵਾਂਸ ਸਟੱਡੀ ਕੀਤੀ ਸੀ ਪੈਲੋ ਤੇ ਆਲਟੋ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ। ਉੱਥੇ ਉਹਨਾਂ ਨੇ ਗੁਜ਼ਾਰਿਆ ਐਡਵਾਂਸ ਸਟੱਡੀ ਦੇ ਲਈ ਤੇ ਫਿਰ ਉਹ 1962 ਤੋਂ 1967 ਦੇ ਵਿੱਚ ਉਹਨਾਂ ਨੇ ਸਾਈਕੋਲੋਜੀ ਡਿਪਾਰਟਮੈਂਟ ਆਫ ਯੂਨੀਵਰਸਿਟੀ ਆਫ ਸ਼ਿਕਾਗੋ ਜਿਹੜਾ ਜੁਆਇਨ ਕਰ ਲਿਆ ਸੀ। ਉੱਥੇ ਉਹਨਾਂ ਨੇ ਸਾਈਕੋਲੋਜੀ ਐਂਡ ਹਿਊਮਨ ਡਿਵੈਲਪਮੈਂਟ ਦੇ ਪ੍ਰੋਫੈਸਰ ਵਜੋਂ ਜਿਹੜਾ ਕੰਮ ਕੀਤਾ। 1967 ਤੋਂ 1968 ਵਿੱਚ ਉਹ ਜਿਹੜੇ ਆ ਹੋਵਰਡ ਗ੍ਰੈਜੂਏਟ ਸਕੂਲ ਆਫ ਐਜੂਕੇਸ਼ਨ ਵਿੱਚ ਚਲੇ ਗਏ ਤੇ ਉੱਥੇ 1968 ਦੇ ਵਿੱਚ ਉਹਨਾਂ ਨੇ ਉੱਥੇ ਐਜੂਕੇਸ਼ਨ ਐਂਡ ਸੋਸ਼ਲ ਸਾਈਕੋਲੋਜੀ ਬਾਰੇ ਜਿਹੜਾ ਉੱਥੇ ਪੂਰਾ ਕੰਮ ਕੀਤਾ ਤੇ ਆਪਣੀ ਮੌਤ ਤੱਕ ਉਹ ਫਿਰ ਰਹੇ। ਉਸ ਤੋਂ ਬਾਅਦ ਆਪਾਂ ਉਹਨਾਂ ਦੀ ਮੋਰਲ ਡਿਵੈਲਪਮੈਂਟ ਬਾਰੇ ਗੱਲ ਕਰ ਲਈਏ ਤਾਂ 1958 ਦੇ ਵਿੱਚ ਜੋ ਉਹਨਾਂ ਨੇ ਖੋਜ ਰਿਪੋਰਟ ਦੇ ਵਿੱਚ ਲਿਖਿਆ ਸੀ ਉਹਨਾਂ ਨੂੰ ਹੀ ਆਪਾਂ ਅੱਜ ਕਹਿੰਦੇ ਹਾਂ ਜੀ ਕੋਲਬਰਗ ਦੀ ਸਟੇਜਸ ਆਫ ਮੋਰਲ ਡਿਵੈਲਪਮੈਂਟ। ਇਹ ਜੋ ਸਟੇਜਸ ਆਫ ਮੋਰਲ ਡਿਵੈਲਪਮੈਂਟ ਉਹਨਾਂ ਨੇ ਦਿੱਤੀ ਸੀ, ਇਹ ਸਟੇਜਸ ਦਿੱਤੀਆਂ ਸੀ ਇਹਨਾਂ ਨੂੰ ਮੋਰਲ ਐਜੂਕੇਸ਼ਨ ਯਾਨੀ ਕਿ ਨੈਤਿਕ ਯੋਗਤਾਵਾਂ ਦੇ ਪਲਾਨਸ ਕਿਹਾ ਜਾਂਦਾ ਹੈ, ਯਾਨੀ ਕਿ ਨੈਤਿਕ ਯੋਗਤਾਵਾਂ ਦੀਆਂ ਯੋਜਨਾਵਾਂ ਕਿਹਾ ਜਾਂਦਾ ਹੈ ਜੋ ਡਿਵੈਲਪਮੈਂਟ ਆਫ ਮੋਰਲ ਰੀਜ਼ਨਿੰਗ ਨੂੰ ਐਕਸਪਲੇਨ ਕਰਦੇ ਨੇ, ਯਾਨੀ ਕਿ ਨੈਤਿਕ ਤਰਕ ਦੇ ਵਿਕਾਸ ਦੀ ਵਿਆਖਿਆ ਕਰਦੇ ਨੇ। ਸ਼ਿਕਾਗੋ ਯੂਨੀਵਰਸਿਟੀ ਜਦੋਂ ਪੜ੍ਹਦੇ ਸੀ ਤਾਂ ਉਹਨਾਂ ਜੀਨ ਪਿਆਜੇ ਦੇ ਜੋ ਸਿਧਾਂਤ ਉਹਨਾਂ ਨੇ ਦਿੱਤਾ ਸੀ ਉਹਨਾਂ ਤੋਂ ਕਾਫੀ ਪ੍ਰੇਰਿਤ ਸੀਗੇ। ਤੇ ਸੁਕਰਾਤ ਦਾ ਵੀ ਕਾਫੀ ਜਿਹੜਾ ਉਹ ਇੰਪੈਕਟ ਦੇਖਿਆ ਗਿਆ ਇਹਨਾਂ ਦੇ ਖਿਆਲਾਂ ਦੇ ਵਿੱਚ। ਨਾਲ ਹੀ ਜੀਨ ਡੀਵੀ ਦੇ ਜਿਹੜੇ ਆਈਡੀਆ ਉਸਨੂੰ ਵੀ ਰੀਐਸਟੈਬਲਿਸ਼ ਕੀਤਾ ਸੀ, ਉਸਨੂੰ ਵੀ ਇਹਨਾਂ ਨੇ ਦੁਬਾਰਾ ਜਿਹੜਾ ਉਸਦੀ ਪੁਸ਼ਟੀ ਕੀਤੀ ਸੀ ਕਿ ਨੈਤਿਕ ਵਿਕਾਸ ਸਿੱਖਿਆ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ। ਉਹਨਾਂ ਨੇ ਇੱਕ ਰੇਖਾ ਚਿੱਤਰ ਵੀ ਖਿੱਚਿਆ ਸੀ ਕਿ ਉਹਨਾਂ ਨੇ ਇਹ ਵੀ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਅਧਿਆਪਕ ਬਿਨਾਂ ਸਿੱਖਿਆ ਦਿੱਤੇ ਵੀ ਨੈਤਿਕ ਵਿਕਾਸ ਨੂੰ ਪ੍ਰਭਾਵਿਤ ਕਰ ਸਕਦੇ ਤੇ ਕਿਸ ਤਰ੍ਹਾਂ ਪਬਲਿਕ ਸਕੂਲ ਸੰਵਿਧਾਨ ਅਨੁਸਾਰ ਨੈਤਿਕ ਸਿੱਖਿਆ ਦੇ ਵਿਕਾਸ ਵਿੱਚ ਭਾਗ ਲੈ ਸਕਦੇ ਆ। ਸੋ ਇਹ ਤਾਂ ਹੋ ਗਿਆ ਜੀ ਕੋਲਬਰਗ ਬਾਰੇ, ਉਹਨਾਂ ਦੇ ਜੀਵਨ ਬਾਰੇ ਕੁਝ ਗੱਲਾਂ। ਸੋ ਹੁਣ ਆਪਾਂ ਗੱਲ ਕਰਦੇ ਹਾਂ ਜੀ ਮੋਰਲ ਡਿਵੈਲਪਮੈਂਟ ਥਿਊਰੀ ਦੇ ਵਿੱਚ ਸਭ ਤੋਂ ਪਹਿਲਾਂ ਉਹਨੇ ਜਿਹੜੀ ਗੱਲ ਕੀਤੀ ਉਹਨਾਂ ਨੇ ਗੱਲ ਕੀਤੀ ਹੈ ਮੋਰੈਲਿਟੀ ਦੀ। ਸੋ ਆਪਾਂ ਗੱਲ ਕਰਦੇ ਕਿ ਮੋਰੈਲਿਟੀ ਕੀ ਹੁੰਦੀ ਹੈ। ਇਸ ਚੀਜ਼ ਨੂੰ ਸਮਝ ਪਾਣਾ ਕਿ ਕੀ ਸਹੀ ਹੈ ਕੀ ਗਲਤ ਹੈ, ਕਿਸੇ ਚੀਜ਼ ਦੇ ਵਿੱਚ ਆਪਣਾ ਡਿਸੀਜਨ ਲੈਂਦੇ ਸਮੇਂ ਸਹੀ ਜਾਂ ਗਲਤ ਦੀ ਪਹਿਚਾਣ ਕਰ ਪਾਣਾ, ਇਹ ਵਿਵੇਕ ਹੋ ਪਾਣਾ, ਉਸੇ ਨੂੰ ਆਪਾਂ ਮੋਰੈਲਿਟੀ ਜਾਂ ਨੈਤਿਕਤਾ ਕਹਿੰਦੇ ਹਾਂ। ਸੋ ਪ੍ਰਿੰਸੀਪਲਸ ਕੰਸਰਨਿੰਗ ਵਿਦ ਵਟ ਇਜ਼ ਗੁੱਡ ਐਂਡ ਬੈਡ ਔਰ ਰਾਈਟ ਔਰ ਰੋਂਗ ਬਿਹੇਵੀਅਰ। ਅਗਰ ਆਪਾਂ ਇਹ ਚੂਜ਼ ਕਰ ਪਾਈਏ ਕਿ ਕਿਆ ਰੋਂਗ ਹੈ ਜਾਂ ਕਿਆ ਰਾਈਟ ਹੈ, ਉਸੇ ਬਿਹੇਵੀਅਰ ਨੂੰ ਪ੍ਰਿੰਸੀਪਲਸ ਨੂੰ ਆਧਾਰ ਬਣਾ ਕੇ ਅਸੀਂ ਇਹ ਡਿਸਾਈਡ ਕਰਦੇ ਹਾਂ ਕਿ ਕੀ ਚੀਜ਼ ਰਾਈਟ ਹੈ ਕੀ ਚੀਜ਼ ਰੋਂਗ ਹੈ, ਉਹੀ ਸਾਡੀ ਮੋਰਲ ਡਿਵੈਲਪਮੈਂਟ ਦਾ ਪਾਰਟ ਬਣਦੇ ਆ। ਮੋਰੈਲਿਟੀ ਹੁੰਦੀ ਹੈ। ਸੋ ਮੋਰੈਲਿਟੀ ਰੈਫਰਸ ਟੂ ਦਾ ਸੈਟ ਆਫ ਸਟੈਂਡਰਡਸ। ਇਹ ਉਹਨਾਂ ਸਟੈਂਡਰਡਸ ਦਾ ਉਹਨਾਂ ਸਿਧਾਂਤਾਂ ਦਾ ਸੈਟ ਹੈ ਦੈਟ ਅਨੇਬਲਸ ਪੀਪਲ ਟੂ ਲਿਵ ਕੋਆਪਰੇਟਲੀ ਇਨ ਗਰੁੱਪਸ, ਜੋ ਲੋਕਾਂ ਨੂੰ ਗਰੁੱਪਸ ਦੇ ਵਿੱਚ ਕੋਆਪਰੇਟਲੀ ਸਹਿਯੋਗ ਦੇ ਨਾਲ ਰਹਿਣ ਦੇ ਵਿੱਚ ਮਦਦ ਕਰਦਾ ਹੈ। ਇਟਸ ਵਟ ਸੋਸਾਇਟੀ ਡਿਟਰਮਾਈਨਸ ਟੂ ਬੀ ਰਾਈਟ ਐਂਡ ਐਕਸੈਪਟੇਬਲ। ਸੋ ਜੋ ਸੋਸਾਇਟੀ ਡਿਟਰਮਾਈਨ ਕਰਦੀ ਹੈ, ਸੋਸਾਇਟੀ ਦੱਸਦੀ ਹੈ ਕਿ ਕਿਆ ਚੀਜ਼ ਸਹੀ ਹੈ, ਐਕਸੈਪਟੇਬਲ ਹੈ, ਸੋ ਉਹ ਨੈਤਿਕਤਾ ਬਣ ਜਾਂਦੀ ਹੈ। ਸਮਟਾਈਮਸ ਐਕਟਿੰਗ ਇਨ ਅ ਮੋਰਲ ਮੈਨਰ ਮੀਨਸ ਇੰਡੀਵਿਜੂਅਲ ਮਸਟ ਸੈਕਰੀਫਾਈਸ देयर ਓਨ ਸ਼ੋਰਟ ਟਰਮ ਇੰਟਰਸਟ ਟੂ ਬੈਨੀਫਿਟ ਸੋਸਾਇਟੀ। ਸੋ ਮੋਰੈਲਿਟੀ ਸਿੱਧੀ ਜੀ ਗੱਲ ਹੈ ਜੀ। ਕਈ ਵਾਰ ਇਹਦੇ ਵਿੱਚ ਇਸ ਲਾਈਨ ਦੇ ਵਿੱਚ ਤਾਂ ਇਹ ਲਿਖਿਆ ਹੋਇਆ ਕਿ ਆਪਾਂ ਨੂੰ ਕਈ ਵਾਰ ਕੀ ਹੁੰਦਾ ਸੋਸਾਇਟੀ ਦੇ ਬੈਨੀਫਿਟ ਦੇ ਲਈ ਸਾਨੂੰ ਇੰਡੀਵਿਜੂਅਲ ਸੈਕਰੀਫਾਈਸ ਜਿਹੜੇ ਕਰਨੇ ਪੈਂਦੇ ਆ, ਆਪਣੀ ਨਿੱਜੀ ਵਿਅਕਤੀਗਤ ਜ਼ਰੂਰਤਾਂ ਨੂੰ ਜਾਂ ਵਿਅਕਤੀਗਤ ਇੱਛਾਵਾਂ ਨੂੰ ਉਹਨਾਂ ਨੂੰ ਸਾਈਡ 'ਤੇ ਰੱਖਣਾ ਪੈਂਦਾ, ਉਹਨਾਂ ਨੂੰ ਸੈਕਰੀਫਾਈਸ ਕਰਨਾ ਪੈਂਦਾ ਸੋਸਾਇਟੀ ਦੇ ਬੈਨੀਫਿਟ ਲਈ। ਸੋ ਸ਼ੋਰਟ ਟਰਮ ਇੰਟਰਸਟ ਨੂੰ ਜਿਹੜਾ ਉਹ ਸਾਨੂੰ ਸੈਕਰੀਫਾਈਸ ਕਰਕੇ ਸੋਸਾਇਟੀ ਦੇ ਲੌਂਗ ਟਰਮ ਇੰਟਰਸਟ ਲਈ ਸਾਨੂੰ ਸੋਚਣਾ ਪੈਂਦਾ। ਇਹ ਜਿਹੜੀ ਸੋਚ ਹੈ ਕਿ ਸਾਨੂੰ ਕਿਸ ਚੀਜ਼ ਨੂੰ ਸੈਕਰੀਫਾਈਸ ਕਰਨਾ ਚਾਹੀਦਾ, ਕਿਸ ਚੀਜ਼ ਨੂੰ ਪਹਿਲਾਂ ਪ੍ਰੈਫਰੈਂਸ ਦੇਣੀ ਚਾਹੀਦੀ ਹੈ, ਕੀ ਸਹੀ ਔਰ ਕੀ ਗਲਤ ਹੈ, ਇਹ ਸਮਝ ਅਸੀਂ ਜਿੰਨੀ ਹੈ ਅਸੀਂ ਜਿੰਨਾ ਪ੍ਰਿੰਸੀਪਲ ਨੂੰ ਆਧਾਰ ਬਣਾ ਕੇ ਕਰਦੇ ਹਾਂ ਉਸਨੂੰ ਅਸੀਂ ਆਪਣੀ ਨੈਤਿਕ ਸਿੱਖਿਆ ਕਹਿੰਦੇ ਹਾਂ, ਉਸ ਨੂੰ ਅਸੀਂ ਮੋਰੈਲਿਟੀ ਕਹਿੰਦੇ ਹਾਂ। ਜਿਹੜਾ ਬੱਚਾ ਸਹੀ ਔਰ ਗਲਤ ਦੇ ਵਿੱਚ ਸਹੀ ਪਹਿਚਾਣ ਕਰ ਸਕਦਾ ਔਰ ਸਹੀ ਡਿਸੀਜਨ ਲੈ ਸਕਦਾ, ਉਸਦੇ ਵਿੱਚ ਡਿਸੀਜਨ ਪਾਵਰ ਸਹੀ ਹੈ, ਸੋ ਆਪਾਂ ਉਸੇ ਦੀ ਕਹਿੰਦੇ ਹਾਂ ਕਿ ਮੋਰਲ ਡਿਵੈਲਪਮੈਂਟ ਉਸਦੀ ਜ਼ਿਆਦਾ ਵਧੀਆ ਹੋਈ ਹੈ ਕਿ ਉਹ ਸਹੀ ਔਰ ਗਲਤ ਦੇ ਵਿੱਚ ਸਹੀ ਤਰੀਕੇ ਨਾਲ ਜਿਹੜਾ ਉਹ ਕਰ ਸਕਦਾ। ਲੇਕਿਨ ਇਹ ਹਰ ਇੱਕ ਸਟੇਜ 'ਤੇ ਅਲੱਗ-ਅਲੱਗ ਹੁੰਦੀ ਹੈ। ਮੋਰਲ ਡਿਵੈਲਪਮੈਂਟ ਹਰ ਇੱਕ ਸਟੇਜ 'ਤੇ ਅਲੱਗ ਹੁੰਦੀ ਹੈ। ਹਰ ਇੱਕ ਸਟੇਜ ਦੇ ਵਿੱਚ ਸਹੀ ਔਰ ਗਲਤ ਦੀ ਜੋ ਬੇਸ ਹੈ ਉਸਦੇ ਪਿੱਛੇ ਜੋ ਰੀਜ਼ਨਿੰਗ ਯੂਜ਼ ਕੀਤੀ ਜਾਂਦੀ ਹੈ ਉਹ ਡਿਫਰੈਂਟ ਹੋ ਸਕਦੀ ਹੈ ਸਟੇਜ ਵਾਈਜ਼। ਇਸੇ ਚੀਜ਼ ਨੂੰ ਕੋਲਬਰਗ ਨੇ ਡਿਫਾਈਨ ਕੀਤਾ। ਕੋਈ ਚੀਜ਼ ਕਿਸੇ ਸਟੇਜ 'ਤੇ ਸਹੀ ਹੋ ਸਕਦੀ ਹੈ ਲੇਕਿਨ ਕਿਸੇ ਸਟੇਜ 'ਤੇ ਉਹ ਚੀਜ਼ ਇੱਕ ਉਸੇ ਬੱਚੇ ਲਈ ਉਸੇ ਵਿਅਕਤੀ ਲਈ ਜਿਹੜੀ ਆ ਉਹ ਗਲਤ ਵੀ ਹੋ ਸਕਦੀ ਹੈ।
ਸਹੀ ਔਰ ਗਲਤ ਦੇ ਪਿੱਛੇ ਇੱਕ ਪ੍ਰਿੰਸੀਪਲ ਕੰਮ ਕਰਦਾ ਹੈ, ਇੱਕ ਆਧਾਰ ਕੰਮ ਕਰਦਾ ਹੈ, ਇੱਕ ਰੀਜ਼ਨਿੰਗ ਕੰਮ ਕਰਦੀ ਹੈ। ਰੀਜ਼ਨਿੰਗ ਹਰ ਇੱਕ ਸਟੇਜ 'ਤੇ ਅਲੱਗ-ਅਲੱਗ ਤਰੀਕੇ ਨਾਲ ਡਿਵੈਲਪ ਹੁੰਦੀ ਹੈ। ਇਸੇ ਚੀਜ਼ ਨੂੰ ਕੋਲਬਰਗ ਨੇ ਡਿਫਾਈਨ ਕੀਤਾ ਹੈ। ਹਾਂਜੀ, ਇਸੇ ਚੀਜ਼ ਨੂੰ ਡਿਫਾਈਨ ਕਰਦੇ ਹੋਏ ਕੋਲਬਰਗ ਨੇ ਮੋਰਲ ਡਾਇਲੇਮਾ ਦੀ ਗੱਲ ਕੀਤੀ ਹੈ। ਨੈਤਿਕ ਦੁਵਿਧਾ ਯਾਨੀ ਕਿ ਸਹੀ ਔਰ ਗਲਤ ਦੀ ਪਹਿਚਾਣ ਕਰਨ ਵੇਲੇ ਜਿਹੜੀ ਦੁਵਿਧਾ ਇੱਕ ਵਿਅਕਤੀ ਦੇ ਮਨ ਦੇ ਵਿੱਚ ਹੁੰਦੀ ਹੈ, ਉਸ ਚੀਜ਼ ਨੂੰ ਆਪਣੇ ਐਕਸਪੈਰੀਮੈਂਟ ਦਾ ਜਿਹੜਾ ਉਹਨਾਂ ਨੇ ਆਧਾਰ ਬਣਾਇਆ ਕਿ ਕੀ ਸਹੀ ਹੈ ਕੀ ਗਲਤ ਹੈ, ਕਿਸ ਟਾਈਮ ਕਿਸ ਐਸੀ ਸਿਚੁਏਸ਼ਨ, ਇੱਕ ਐਸੇ ਹਾਈਪੋਥੈਟੀਕਲ ਇੱਕ ਸਿਚੁਏਸ਼ਨ ਜਿਹੜੀ ਉਹ ਆਪਣੇ ਜਿਨ੍ਹਾਂ 'ਤੇ ਉਹ ਐਕਸਪੈਰੀਮੈਂਟ ਕਰ ਰਹੇ ਸੀ ਆਪਣੇ ਸਟੂਡੈਂਟਸ ਨੂੰ ਦਿੱਤੀ, ਇੱਕ ਸਿਚੁਏਸ਼ਨ ਬਣਾ ਕੇ ਦਿੱਤੀ ਤੇ ਉਹਨਾਂ ਤੋਂ ਪੁੱਛਿਆ ਕਿ ਕੀ ਇਸ ਦੇ ਵਿੱਚ ਸਹੀ ਸੀ ਜਾਂ ਕੀ ਗਲਤ ਸੀ। ਸੋ ਇੱਕ ਸਟੇਜ 'ਤੇ ਕੋਈ ਚੀਜ਼ ਸਹੀ ਵੀ ਹੋ ਸਕਦੀ ਹੈ, ਕੁਝ ਚੀਜ਼ਾਂ ਲਈ ਕੁਝ ਲੋਕਾਂ ਲਈ ਉਹ ਚੀਜ਼ ਸਹੀ ਹੋ ਸਕਦੀ ਹੈ, ਕੁਝ ਲੋਕਾਂ ਲਈ ਗਲਤ ਹੋ ਸਕਦੀ ਹੈ। ਸਟੇਜ ਵਾਈਜ਼ ਔਰ ਸਿਚੁਏਸ਼ਨ ਵਾਈਜ਼ ਵੀ ਸਹੀ ਗਲਤ ਜਿਹੜਾ ਉਹ ਚੇਂਜ ਹੋ ਜਾਂਦਾ ਹੈ, ਕਿਉਂਕਿ ਉਸ ਟਾਈਮ ਸਹੀ ਜਾਂ ਗਲਤ ਦਾ ਜੋ ਸਾਡਾ ਆਧਾਰ ਹੁੰਦਾ ਹੈ, ਜੋ ਸਾਡੇ ਪ੍ਰਿੰਸੀਪਲਸ ਹੁੰਦੇ ਨੇ, ਉਹ ਚੇਂਜ ਹੋ ਜਾਂਦੇ ਨੇ ਅਕੋਰਡਿੰਗ ਟੂ ਸਿਚੁਏਸ਼ਨ, ਅਕੋਰਡਿੰਗ ਟੂ ਸਟੇजेस ਆਫ ਡਿਵੈਲਪਮੈਂਟ। ਉਸ ਟਾਈਮ ਰਾਈਟ ਕੀ ਹੈ ਗਲਤ ਕੀ ਹੈ, ਜਿਹੜਾ ਚੀਜ਼ ਜਿਹੜੀ ਚੇਂਜ ਹੋ ਸਕਦੀ ਹੈ। ਸੋ ਇਸੇ ਚੀਜ਼ ਨੂੰ ਜਿਹੜਾ ਉਹਨਾਂ ਨੇ ਐਕਸਪਲੇਨ ਕੀਤਾ ਇੱਕ ਹੈਂਸ ਡਾਇਲੇਮਾ ਦੇ ਥਰੂ। ਉਹਨਾਂ ਨੇ ਇੱਕ ਸਿਚੁਏਸ਼ਨ ਦਿੱਤੀ। ਸੋ ਇਸ ਸਟੋਰੀ ਜਾਂ ਇਸ ਹਾਈਪੋਥੈਟੀਕਲ ਸਿਚੁਏਸ਼ਨ ਦੇ ਮੁਤਾਬਿਕ ਕੋਲਬਰਗ ਆਪਣੇ ਸਟੂਡੈਂਟਸ ਨੂੰ ਦੱਸਦੇ ਹਨ ਕਿ ਇੱਕ ਹੈਂਸ ਦਾ ਵਿਅਕਤੀ ਸੀਗਾ, ਉਸਦੀ ਵਾਈਫ ਕਾਫੀ ਬਿਮਾਰ ਸੀ, ਲੇਕਿਨ ਉਸਨੂੰ ਬਚਾਉਣ ਲਈ ਸਿਰਫ ਇੱਕ ਹੀ ਦਵਾਈ ਸੀ ਜੋ ਕਿ ਡਰੱਗਿਸਟ ਕੋਲ ਸੀ। ਉਸਨੇ ਕੁਝ ਰੇਡੀਅਮ ਦੀ ਫਾਰਮ ਦੀ ਜੋ ਦਵਾਈ ਸੀ ਉਸਨੇ ਹੀ ਉਸਨੂੰ ਇਨਵੈਂਟ ਕੀਤਾ ਸੀ, ਫਾਈਂਡ ਕੀਤਾ ਸੀ, ਲੇਕਿਨ ਉਹ $200 ਦੀ ਸੀ। ਪਰ ਉਹ ਜੋ ਡਰੱਗਿਸਟ ਸੀ ਜਿਸ ਦੇ ਕੋਲ ਉਹ ਦਵਾਈ ਸੀ, ਉਹ ਸਿਰਫ ਉਹ ਸਾਰਿਆਂ ਤੋਂ ਕਾਫੀ ਜਿਹੜੀ ਹੈ ਮਹਿੰਗੀ ਇਸਨੂੰ ਚਾਰਜ ਕਰ ਰਿਹਾ ਸੀ। ਤੇ $2000 $200 ਦੀ ਦਵਾਈ ਦਾ $2000 ਜਿਹੜਾ ਉਸਨੂੰ ਚਾਰਜ ਕਰ ਰਿਹਾ ਸੀ। ਲੇਕਿਨ ਹੈਂਸ ਜਿਸਦੀ ਵਾਈਫ ਕਾਫੀ ਬਿਮਾਰ ਸੀ, ਉਸਦੇ ਕੋਲ ਇੰਨੇ ਪੈਸੇ ਨਹੀਂ ਸੀ। ਉਹ ਸਾਰਿਆਂ ਤੋਂ ਜਿਹੜਾ ਉਧਾਰ ਮੰਗਦਾ, ਜਿਸ ਨੂੰ ਵੀ ਉਹ ਜਾਣਦਾ ਉਹ ਉਧਾਰ ਮੰਗਦਾ ਉਹਨਾਂ ਤੋਂ, ਲੇਕਿਨ ਉਹ ਇਦਾਂ ਕਰਕੇ ਸਿਰਫ $1000 ਹੀ ਇਕੱਠੇ ਕਰ ਪਾਉਂਦਾ। ਤੇ ਡਰੱਗਿਸਟ ਨੂੰ ਕਹਿੰਦਾ ਹੈ ਕਿ ਉਹ ਕੁਝ ਸਸਤੇ ਤੇ ਉਸਨੂੰ ਜਿਹੜੀ ਹੈ ਉਹ ਦਵਾਈ ਦੇ ਦੇਵੇ, ਕਿਉਂਕਿ ਉਸਦੇ ਕੋਲ ਇੰਨੇ ਜ਼ਿਆਦਾ ਪੈਸੇ ਨਹੀਂ ਤੇ ਉਸਦੀ ਵਾਈਫ ਜਿਹੜੀ ਆ ਉਹ ਕਾਫੀ ਮਰਨ ਕਿਨਾਰੇ ਹੈ। ਲੇਕਿਨ ਡਰੱਗਿਸਟ ਕਹਿੰਦਾ ਕਿ ਨਹੀਂ, ਮੈਂ ਸਸਤੇ ਤੇ $1000 ਤੇ ਨਹੀਂ ਵੇਚਾਂਗਾ, ਮੈਂ ਇਸਨੂੰ ਫਾਈਂਡ ਕੀਤਾ ਤਾਂ ਮੈਂ ਇਸ ਤੋਂ ਪੈਸੇ ਕਮਾਉਣੇ ਹਨ, ਸੋ ਮੈਂ ਇਸਨੂੰ $2000 ਦੀ ਹੀ ਵੇਚਾਂਗਾ। ਬਸ ਹੈਂਸ ਕੋਲ ਕੋਈ ਵੀ ਚਾਰਾ ਨਹੀਂ ਰਹਿੰਦਾ ਤੇ ਉਹ ਜਿਹੜਾ ਡਰੱਗਿਸਟ ਦੀ ਸ਼ਾਪ ਨੂੰ ਤੋੜ ਕੇ ਉੱਥੋਂ ਜਿਹੜੀ ਆ ਉਹ ਦਵਾਈ ਜਿਹੜੀ ਆ ਚੁਰਾ ਲੈਂਦਾ। ਸੋ ਇਹ ਜਿਹੜੀ ਸਿਚੁਏਸ਼ਨ ਹੈ ਉਹ ਕੋਲਬਰਗ ਜਿਹੜੀ ਆ ਉਹ ਸਭ ਆਪਣੇ ਸਾਰੇ ਸਟੂਡੈਂਟਸ ਨੂੰ ਦੱਸਦੇ ਨੇ, ਇੱਕ ਡਾਇਲੇਮਾ, ਇੱਕ ਦੁਵਿਧਾ ਜਿਹੜੀ ਕ੍ਰੀਏਟ ਕਰਦੇ ਨੇ। ਤੇ ਇਹ ਜਿਹੜੀ ਸਟੋਰੀ ਦੱਸਦੇ ਹੋਏ ਉਹ ਇੱਕ ਕੁਐਸਚਨ ਜਿਹੜਾ ਸਾਰਿਆਂ ਤੋਂ ਪੁੱਛਦੇ ਨੇ। ਤਿੰਨ ਜਿਹੜੇ ਮੇਨ ਕੁਐਸਚਨ ਆ ਉਹ ਆਪਣੇ ਸਟੂਡੈਂਟਸ ਤੋਂ ਪੁੱਛਦੇ ਨੇ ਤੇ ਇਹਨਾਂ ਕੁਐਸਚਨਸ ਦੇ ਥਰੂ ਜਿਹੜੇ ਕੋਲਬਰਗ ਉਹ ਦੱਸਦੇ ਆ ਕਿ ਕਿਸ ਤਰ੍ਹਾਂ ਇੱਕ ਬੱਚੇ ਦਾ ਜਿਹੜਾ ਨੈਤਿਕ ਡਿਵੈਲਪਮੈਂਟ ਹੈ ਯਾਨੀ ਕਿ ਮੋਰਲ ਡਿਵੈਲਪਮੈਂਟ ਹੈ ਉਹ ਅਲੱਗ-ਅਲੱਗ ਸਟੇजेस ਤੇ ਅਲੱਗ ਹੁੰਦੀ ਹੈ। ਕਿਸੇ ਸਟੇਜ 'ਤੇ ਕੋਈ ਚੀਜ਼ ਸਹੀ ਹੈ, ਉਸੇ ਹੀ ਵਿਅਕਤੀ ਲਈ ਕਿਸੇ ਹੋਰ ਸਟੇਜ 'ਤੇ ਉਹੀ ਚੀਜ਼ ਗਲਤ ਵੀ ਹੋ ਸਕਦੀ ਹੈ। ਸੋ ਇਸ ਚੀਜ਼ ਨੂੰ ਹੀ ਜਿਹੜਾ ਕੋਲਬਰਗ ਐਕਸਪਲੇਨ ਕਰਦੇ ਨੇ। ਹਾਂਜੀ, ਇਹ ਰੇਡੀਓ ਤਿੰਨ ਕੁਐਸਚਨ ਕੋਲਬਰਗ ਆਸਕਡ ਅ ਸੀਰੀਜ਼ ਆਫ ਕੁਐਸਚਨਸ, ਮੇਨ 3 ਆਫ them ਆਰ ਫਸਟ ਹੈ, ਸ਼ੁੱਡ ਹੈਂਸ ਨੋਟ ਸਟੀਲ ਦਾ ਡਰੱਗ ਸਿੰਸ ਇਟ ਵੁੱਡ ਬੀ ਬ੍ਰੇਕਿੰਗ ਦਾ ਲੋ। ਕਿ ਜਿਹੜਾ ਹੈਂਸ ਹੈ ਉਸਨੂੰ ਡਰੱਗ ਨਹੀਂ ਚੁਰਾਉਣੀ ਚਾਹੀਦੀ ਸੀ ਕਿਉਂਕਿ ਇੱਕ ਲੋ ਨੂੰ ਯਾਨੀ ਕਿ ਕਾਨੂੰਨ ਨੂੰ ਤੋੜਨਾ ਹੋਇਆ। ਦੂਸਰਾ ਕੁਐਸਚਨ ਸੀ ਉਹਨਾਂ ਨੇ ਜੋ ਆਪਣੇ ਐਕਸਪੈਰੀਮੈਂਟ ਜਿਨ੍ਹਾਂ 'ਤੇ ਕੀਤਾ ਸੀ ਆਪਣੇ ਸਟੂਡੈਂਟਸ ਨੂੰ ਪੁੱਛਿਆ ਕਿ ਸ਼ੁੱਡ ਹੈਂਸ ਸਟੀਲ ਦਾ ਡਰੱਗ ਐਂਡ ਐਕਸੈਪਟ ਐਨੀ ਪ੍ਰਿਜ਼ਨ ਸੈਂਟੈਂਸ। ਕਿ ਹੈਂਸ ਨੂੰ ਦਵਾਈ ਤਾਂ ਚੁਰਾ ਲੈਣੀ ਚਾਹੀਦੀ ਸੀ ਪਰ ਕਿ ਉਸ ਤੋਂ ਬਾਅਦ ਉਸਨੂੰ ਜੇਲ੍ਹ ਚਲੇ ਜਾਣਾ ਚਾਹੀਦਾ ਸੀ। ਥਰਡ ਉਹਨਾਂ ਨੇ ਕੁਐਸਚਨ ਪੁੱਛਿਆ ਸ਼ੁੱਡ ਹੈਂਸ ਸਟੀਲ ਦਾ ਡਰੱਗ ਐਂਡ ਨੋਟ ਗੋ ਟੂ ਪ੍ਰਿਜ਼ਨ ਐਜ਼ ਦਿਸ ਇਜ਼ ਅਨਫੇਅਰ। ਕਿ ਹੈਂਸ ਨੂੰ ਜਿਹੜੀ ਹੈ ਡਰੱਗ ਵੀ ਚੁਰਾ ਲੈਣੀ ਚਾਹੀਦੀ ਸੀ ਤੇ ਉਸਨੂੰ ਜੇਲ੍ਹ ਵੀ ਨਹੀਂ ਜਾਣਾ ਚਾਹੀਦਾ ਸੀ ਕਿਉਂਕਿ ਉਸ ਨਾਲ ਜੋ ਹੋ ਰਿਹਾ ਸੀ ਉਹ ਬਹੁਤ ਗਲਤ ਸੀ। ਸੋ ਇਹ ਤਿੰਨ ਕੁਐਸਚਨ ਉਹਨਾਂ ਨੇ ਆਪਣੇ ਸਟੂਡੈਂਟਸ ਤੋਂ ਪੁੱਛਿਆ। ਉਹਨਾਂ ਦੇ ਜਵਾਬ ਤੋਂ ਉਹਨਾਂ ਨੇ ਜਿਹੜੀਆਂ ਪੂਰੀ ਮੋਰਲ ਡਿਵੈਲਪਮੈਂਟ ਥਿਊਰੀ ਜਿਹੜੀ ਬਣਾਈ ਹੈ ਕਿ ਉਹਨਾਂ ਦੇ ਜਵਾਬ ਕਿਸ ਤਰ੍ਹਾਂ ਦੇ ਨੇ ਉਸ ਤੋਂ ਹੀ ਜਿਹੜਾ ਉਹਨਾਂ ਦੀ ਨੈਤਿਕ ਸਿੱਖਿਆ ਦਾ ਲੈਵਲ ਜਿਹੜਾ ਉਹ ਪਤਾ ਲੱਗਦਾ ਹੈ। ਸੋ ਕੋਲਬਰਗ ਵਰਕ ਫਰਦਰ ਔਨ ਦ ਪਿਆਜੇਸ ਥਿਊਰੀ ਬਾਈ ਐਕਸਪਲੇਨਿੰਗ ਦ ਡਿਵੈਲਪਮੈਂਟ ਆਫ ਮੋਰਲ ਰੀਜ਼ਨਿੰਗ ਇਨ ਚਿਲਡਰਨ ਐਜ਼ ਵੈਲ ਐਜ਼ ਅਡਲਟਸ। ਹੀ ਆਈਡੈਂਟੀਫਾਈਡ 3 ਸਟੇजेस ਆਫ ਮੋਰਲ ਡਿਵੈਲਪਮੈਂਟ ਵਿਚ ਆਰ ਐਜ਼ ਫੋਲੋਜ਼। ਸੋ ਇਹਨਾਂ ਤਿੰਨਾਂ ਕੁਐਸਚਨ ਦੇ ਜਦੋਂ ਆਂਸਰਸ ਉਹਨਾਂ ਨੇ ਬੱਚਿਆਂ ਤੋਂ ਮਿਲੇ ਤਾਂ ਉਹਨਾਂ ਆਂਸਰਸ ਦੇ ਬੇਸਿਸ ਤੇ ਉਹਨਾਂ ਨੇ ਜਿਹੜੀ ਹੈ ਮੋਰਲ ਡਿਵੈਲਪਮੈਂਟ ਥਿਊਰੀ ਬਣਾਈ ਔਰ ਉਹ ਮੋਰਲ ਡਿਵੈਲਪਮੈਂਟ ਥਿਊਰੀ ਦੇ ਉਹਨਾਂ ਨੇ 3 ਲੈਵਲ ਜਿਹੜੇ ਬਣਾਏ ਤੇ ਇਹ 3 ਲੈਵਲ ਦੇ ਅੰਦਰ 2-2 ਜਿਹੜੀਆਂ ਸਟੇजेस ਦਿੱਤੀਆਂ। ਸੋ ਉਹਨਾਂ ਦੀ ਮੋਰਲ ਡਿਵੈਲਪਮੈਂਟ ਦੇ 3 ਲੈਵਲ ਨੇ ਤੇ 6 ਸਟੇजेस। ਸਭ ਤੋਂ ਪਹਿਲਾ ਲੈਵਲ ਹੈ ਜੀ ਪ੍ਰੀ ਕਨਵੈਨਸ਼ਨਲ ਮੋਰੈਲਿਟੀ, ਦੂਸਰਾ ਹੈ ਕਨਵੈਨਸ਼ਨਲ ਮੋਰੈਲਿਟੀ ਤੇ ਤੀਸਰਾ ਲੈਵਲ ਹੈ ਪੋਸਟ ਕਨਵੈਨਸ਼ਨਲ ਮੋਰੈਲਿਟੀ। ਸਭ ਤੋਂ ਪਹਿਲਾਂ ਆਪਾਂ ਪ੍ਰੀ ਕਨਵੈਨਸ਼ਨਲ ਮੋਰੈਲਿਟੀ ਦੀ ਗੱਲ ਕਰ ਲਈਏ। ਇਸ ਵਿੱਚ 2 ਸਟੇजेस ਕੋਲਬਰਗ ਨੇ ਦਿੱਤੀਆਂ ਨੇ। ਸਟੇਜ 1 ਹੈ ਪਨਿਸ਼ਮੈਂਟ ਓਬੀਡੀਐਂਸ ਓਰੀਐਂਟੇਸ਼ਨ, ਦੂਸਰਾ ਹੈ ਜੀ ਇੰਸਟਰੂਮੈਂਟਲ ਰਿਲੇਟਿਵਿਸਟ ਓਰੀਐਂਟੇਸ਼ਨ ਜਿਸ ਨੂੰ ਸੈਲਫ ਇੰਟਰਸਟ ਐਂਡ ਰਿਵਾਰਡ ਓਰੀਐਂਟੇਸ਼ਨ ਵੀ ਕਹਿ ਦਿੰਦੇ ਆ। ਦੂਸਰੇ ਲੈਵਲ ਦੇ ਵਿੱਚ ਆ ਜਾਂਦਾ ਜੀ ਕਨਵੈਨਸ਼ਨਲ ਮੋਰੈਲਿਟੀ। ਇਸ ਦੇ ਵਿੱਚ ਸਟੇਜ 3 ਦਿੱਤੀ ਗਈ ਹੈ ਗੁੱਡ ਬॉय ਨਾਈਸ ਗਰਲ ਓਰੀਐਂਟੇਸ਼ਨ। ਸਟੇਜ 4 ਹੈ ਲੋ ਐਂਡ ਆਰਡਰ ਓਰੀਐਂਟੇਸ਼ਨ। ਲੈਵਲ 3 ਹੈ ਜੀ ਪੋਸਟ ਕਨਵੈਨਸ਼ਨਲ ਮੋਰੈਲਿਟੀ ਜਿਹਦੇ ਵਿੱਚ ਸਟੇਜ 5 ਦਿੱਤੀ ਹੋਈ ਹੈ ਸੋਸ਼ਲ ਕੰਟਰੈਕਟ ਓਰੀਐਂਟੇਸ਼ਨ ਤੇ ਸਟੇਜ 6 ਹੈਗੀ ਹੈ ਯੂਨੀਵਰਸਲ ਐਥੀਕਲ ਪ੍ਰਿੰਸੀਪਲ ਓਰੀਐਂਟੇਸ਼ਨ। ਸੋ ਇਹਨਾਂ ਸਾਰਿਆਂ ਨੂੰ ਆਪਾਂ ਇੱਕ ਇੱਕ ਕਰਕੇ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਤਾਂ ਸਭ ਤੋਂ ਪਹਿਲਾਂ ਅਗਰ ਆਪਾਂ ਲੈਵਲਸ ਦੀ ਗੱਲ ਕਰ ਲਈਏ, ਲੈਵਲ 1 ਹੈ ਪ੍ਰੀ ਕਨਵੈਨਸ਼ਨਲ ਜੋ ਕੀ ਕਹਿੰਦਾ ਹੈ ਕਿ ਫੋਲੋਜ਼ ਰੂਲਸ ਟੂ ਅਵੋਇਡ ਪਨਿਸ਼ਮੈਂਟ, ਐਕਟਸ ਇਨ ਓਨ ਇੰਟਰਸਟ, ਬਲਾਈਂਡ ਓਬੀਡੀਐਂਸ ਟੂ ਅਥਾਰਟੀ ਫॉर ਇਟਸ ਓਨ ਸੇਕ। ਸੋ ਪ੍ਰੀ ਕਨਵੈਨਸ਼ਨਲ ਇੱਕ ਉਹ ਸਟੇਜ ਹੈ ਬੱਚੇ ਦੀ ਜਿੱਥੇ ਉਹ ਕੀ ਸੋਚਦਾ ਹੈ, ਉਸਦੀ ਨੈਤਿਕ ਸਿੱਖਿਆ ਕੀ ਕਹਿੰਦੀ ਹੈ ਕਿ ਉਸਦੇ ਮੁਤਾਬਿਕ ਵੀ ਰੂਲ ਅਗਰ ਜਿਹੜਾ ਹੈ ਉਹ ਭੰਗ ਕਰਦਾ ਹੈ ਕਾਨੂੰਨ ਨੂੰ ਜਾਂ ਨਿਯਮਾਂ ਨੂੰ ਨਹੀਂ ਮੰਨਦਾ ਤਾਂ ਉਸਨੂੰ ਪਨਿਸ਼ਮੈਂਟ ਮਿਲੇਗੀ। ਸੋ ਪਨਿਸ਼ਮੈਂਟ ਨੂੰ ਅਵੋਇਡ ਕਰਨ ਦੇ ਲਈ ਉਸਨੂੰ ਰੂਲਸ ਜਿਹੜੇ ਆ ਉਹ ਮੰਨਣੇ ਹੀ ਪੈਣਗੇ।
ਕਹਿਣਗੇ। ਸੋ ਪਨਿਸ਼ਮੈਂਟ ਨੂੰ ਦੂਰ ਕਰਨ ਲਈ, ਪਨਿਸ਼ਮੈਂਟ ਤੋਂ ਬਚਣ ਦੇ ਲਈ ਇਸ ਸਟੇਜ ਦਾ ਬੱਚਾ ਜਿਹੜਾ ਉਹ ਇਹੀ ਕਹੇਗਾ ਕਿ ਬਲਾਈਂਡ ਓਬੀਡੀਐਂਸ, ਮਤਲਬ ਅੱਖ ਬੰਦ ਕਰਕੇ ਜਿਹੜਾ ਉਹ ਓਬੀਡੀਐਂਸ ਕਰੋ। ਜਿੰਨੇ ਵੀ ਰੂਲਸ ਲਿਖੇ ਹੋਏ ਆ, ਜਿੰਨੇ ਵੀ ਨਿਯਮ ਹੈਗੇ ਆ, ਉਹਨਾਂ ਸਾਰੇ ਰੂਲਸ ਨੂੰ ਮੰਨੋ, ਕਿਉਂਕਿ ਅਗਰ ਇਹਦਾ ਨਹੀਂ ਹੋਏਗਾ ਤਾਂ ਪਨਿਸ਼ਮੈਂਟ ਮਿਲੇਗੀ। ਸੋ ਉਹਦੇ ਮੁਤਾਬਿਕ ਹਰ ਇੱਕ ਨਿਯਮ ਕਾਨੂੰਨ ਜਿਹੜਾ ਉਹਨੂੰ ਅੱਖ ਬੰਦ ਕਰਕੇ ਮੰਨਣਾ ਚਾਹੀਦਾ ਹੈ, ਨਹੀਂ ਤਾਂ ਫਿਰ ਪਨਿਸ਼ਮੈਂਟ ਜਿਹੜੀ ਆ ਉਹ ਮਿਲੇਗੀ। ਸੋ ਪਨਿਸ਼ਮੈਂਟ ਤੋਂ ਬਚਣ ਲਈ ਇਹ ਕਰਨਾ ਚਾਹੀਦਾ। ਇਸ ਸਟੇਜ ਤੇ ਜਿਹੜਾ ਹੈ ਉਹ ਬੱਚਾ ਇਸ ਤਰ੍ਹਾਂ ਦਾ ਜਿਹੜਾ ਉਹਦਾ ਨੈਤਿਕ ਸਿੱਖਿਆ ਹੁੰਦੀ ਹੈ। ਪ੍ਰੀ ਕਨਵੈਨਸ਼ਨਲ ਇਹ ਪੀਰੀਅਡ ਹੈ। ਉਸ ਤੋਂ ਬਾਅਦ ਆ ਜਾਂਦਾ ਜੀ ਕਨਵੈਨਸ਼ਨਲ, ਜੋ ਕਿ ਲੈਵਲ 2 ਹੈ। ਇਸ ਦੇ ਵਿੱਚ ਕਿਸ ਤਰ੍ਹਾਂ ਦਾ ਉਸਦਾ ਮੋਰਲ ਡਿਵੈਲਪਮੈਂਟ ਹੁੰਦਾ ਹੈ? ਲਿਵਸ ਅਪ ਟੂ ਦ ਐਕਸਪੈਕਟੇਸ਼ਨਸ ਆਫ ਅਦਰਸ। ਜੋ ਅਦਰਸ ਲੋਕਾਂ ਦੀ ਐਕਸਪੈਕਟੇਸ਼ਨ, ਯਾਨੀ ਕਿ ਸੁਸਾਇਟੀ ਦਾ ਇਸ ਤੇ ਬੱਚਿਆਂ ਦੇ ਇਫੈਕਟ ਦੇਖਿਆ ਗਿਆ, ਉਹ ਸੁਸਾਇਟੀ ਦੇ ਮੁਤਾਬਿਕ ਕੰਮ ਕਰਦੇ ਨੇ। ਉਹ ਕਹਿੰਦੇ ਕਿ ਸੁਸਾਇਟੀ ਦੇ ਵਿੱਚ ਜੋ ਲੋਕਾਂ ਦੀ ਐਕਸਪੈਕਟੇਸ਼ਨ ਹੈ ਉਹਦੇ ਮੁਤਾਬਿਕ ਜੀਣਾ। ਫੁਲਫਿਲ ਡਿਊਟੀਜ਼ ਐਂਡ ਓਬਲੀਗੇਸ਼ਨਸ ਆਫ ਸੋਸ਼ਲ ਸਿਸਟਮ, ਅਪਹੋਲਡਸ ਲੋਜ਼। ਸੋਸ਼ਲ ਸਿਸਟਮ ਦੀਆਂ ਜੋ ਓਬਲੀਗੇਸ਼ਨਸ ਨੇ, ਜੋ ਡਿਊਟੀਜ਼ ਨੇ, ਸੁਸਾਇਟੀ ਵੱਲੋਂ ਜੋ ਇੱਕ ਰੋਲ ਜਿਹੜੇ ਬॉयਜ਼ ਨੂੰ, ਗਰਲਸ ਨੂੰ ਜੋ ਰੋਲ ਦਿੱਤੇ ਗਏ ਆ, ਉਹ ਰੋਲਸ ਨੂੰ ਨਿਭਾਉਣਾ, ਫੁਲਫਿਲ ਕਰਨਾ, ਐਕਸਪੈਕਟੇਸ਼ਨ ਨੂੰ ਪੂਰਾ ਕਰਨਾ, ਸੁਸਾਇਟੀ ਦੇ ਜੋ ਨਿਯਮ ਨੇ ਉਹਨਾਂ ਮੁਤਾਬਿਕ ਕੰਮ ਕਰਨਾ। ਸੋ ਇੱਥੇ ਜਿਹੜਾ ਇੱਕ ਬੱਚੇ ਦੇ ਨੈਤਿਕ ਵਿਕਾਸ ਦੇ ਉੱਤੇ, ਨੈਤਿਕ ਸਿੱਖਿਆ ਦੇ ਉੱਤੇ ਜਿਹੜਾ ਹੈ ਉਹ ਸੁਸਾਇਟੀ ਦਾ ਕਾਫੀ ਰੋਲ ਦੇਖਿਆ ਗਿਆ। ਉਹ ਸੁਸਾਇਟੀ ਤੋਂ ਬਾਹਰ ਦੀ ਗੱਲ ਨਹੀਂ ਕਰਦਾ, ਜੋ ਸੁਸਾਇਟੀ ਚਾਹੁੰਦੀ ਹੈ, ਜਿਸ ਤਰ੍ਹਾਂ ਦੀ ਚਾਹੁੰਦੀ ਹੈ, ਉਹ ਉਸ ਤਰ੍ਹਾਂ ਜਿਹੜਾ ਇੱਥੇ ਕੰਮ ਕਰਦਾ। ਸੋ ਇਹ ਜਿਹੜਾ ਲੈਵਲ 2 ਦੇ ਵਿੱਚ ਬੱਚਿਆਂ ਦਾ ਨੈਤਿਕ ਵਿਕਾਸ ਦੇਖਿਆ ਗਿਆ। ਤੀਸਰਾ ਹੈ ਜੀ ਲੈਵਲ 3 ਪੋਸਟ ਕਨਵੈਨਸ਼ਨਲ, ਜਿਸ ਦੇ ਵਿੱਚ ਕੀ ਕਿਹਾ ਜਾਂਦਾ ਹੈ ਕਿ ਫੋਲੋਜ਼ ਇੰਟਰਨਲਾਈਜ਼ਡ ਯੂਨੀਵਰਸਲ ਪ੍ਰਿੰਸੀਪਲਸ ਆਫ ਜਸਟਿਸ ਐਂਡ ਰਾਈਟ। ਮਤਲਬ ਇੱਥੇ ਵਿਅਕਤੀ ਨਾ ਤਾਂ ਸਿਰਫ ਪਨਿਸ਼ਮੈਂਟ ਤੋਂ ਬਚਣ ਲਈ ਉਹ ਨਿਯਮਾਂ ਨੂੰ ਅੱਖਾਂ ਬੰਦ ਕਰਕੇ ਉਸ 'ਤੇ ਵਿਸ਼ਵਾਸ ਕਰਦਾ ਹੈ ਜਾਂ ਉਸ ਨੂੰ ਫੋਲੋ ਕਰਦਾ ਹੈ, ਅਤੇ ਨਾ ਹੀ ਉਹ ਇਸ ਕਰਕੇ ਉਹਨਾਂ ਕੰਮ ਨੂੰ ਕਰਦਾ ਕਿਉਂਕਿ ਸੁਸਾਇਟੀ ਕੀ ਕਹੇਗੀ, ਜਾਂ ਉਸਨੇ ਸਮਾਜ ਦੇ ਵਿੱਚ ਰਹਿਣਾ ਹੈ, ਜਾਂ ਸਮਾਜ ਇਸ ਨੂੰ ਸਹੀ ਮੰਨਦਾ, ਸੋ ਇਸ ਲਈ ਉਸਨੇ ਵੀ ਉਸ ਨੂੰ ਸਹੀ ਮੰਨ ਲਿਆ। ਇਸ ਸਟੇਜ 'ਤੇ ਆ ਕੇ ਉਹੀ ਕੰਮ ਕਰਦਾ ਜੋ ਨਿਆਂਪੂਰਨ ਹੈ, ਜੋ ਸਹੀ ਹੈ, ਕਿਉਂਕਿ ਹਰ ਇੱਕ ਵਿਅਕਤੀ ਦੇ ਕੁਝ ਸਿਧਾਂਤ ਹੁੰਦੇ ਨੇ, ਕੁਝ ਅਸੂਲ ਹੁੰਦੇ ਨੇ। ਸੋ ਆਪਣੇ ਅਸੂਲਾਂ 'ਤੇ, ਆਪਣੇ ਸਿਧਾਂਤਾਂ ਨੂੰ ਸਹੀ ਮੰਨਦੇ ਹੋਏ ਅਤੇ ਚੱਲਦੇ ਹੋਏ, ਉਹਨਾਂ ਨੂੰ ਪਿੱਛੇ ਨਾ ਕਰਦੇ ਹੋਏ, ਉਹ ਜਿਹੜਾ ਕੰਮ ਨਿਆਂਪੂਰਕ ਹੋਏਗਾ, ਜਿਹੜਾ ਸਹੀ ਹੋਏਗਾ, ਉਸੇ ਚੀਜ਼ ਨੂੰ ਪੂਰਾ ਕਰੇਗਾ। ਫਿਰ ਉਹ ਕੰਮ ਕਰਦੇ ਹੋਏ ਉਸਨੂੰ ਚਾਹੇ ਪਨਿਸ਼ਮੈਂਟ ਮਿਲੇ, ਜਾਂ ਉਹ ਕੰਮ ਉਸਨੂੰ ਸਮਾਜ ਦੇ ਵਿੱਚ ਰਿਕੋਗਨਾਈਜੇਸ਼ਨ ਨਾ ਮਿਲੇ, ਜਾਂ ਸਮਾਜ ਉਸਨੂੰ ਗਲਤ ਕਹਿੰਦਾ ਹੋਵੇ, ਇੱਥੇ ਉਹ ਬੈਲੈਂਸ ਕਰਕੇ ਵੀ ਚੱਲਦਾ ਕਿ ਉਸਦੇ ਜੋ ਖੁਦ ਦੇ ਇੰਟਰਸਟ ਹੈਗੇ ਆ, ਪਲੱਸ ਜੋ ਸੋਸਾਇਟੀ ਦੇ ਕਾਮਨ ਇੰਟਰਸਟ ਹੈ, ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਉਹ ਬੈਲੈਂਸ ਕਰਕੇ ਚੱਲਦਾ ਹੈ। ਐਕਟਸ ਇਨ ਇੰਡੀਪੈਂਡੈਂਟ ਐਂਡ ਐਥੀਕਲ ਮੈਨਰ ਰਿਗਾਰਡਲੈਸ ਆਫ ਦ ਐਕਸਪੈਕਟੇਸ਼ਨਸ ਆਫ ਅਦਰਸ। ਸੋ ਦੂਸਰੇ ਦੇ ਐਕਸਪੈਕਟੇਸ਼ਨਸ ਨੂੰ ਧਿਆਨ ਵਿੱਚ ਨਾ ਰੱਖਦੇ ਹੋਏ ਉਹ ਉਹੀ ਕੰਮ ਕਰੇਗਾ ਜੋ ਐਥੀਕਲ ਹੈ, ਯਾਨੀ ਕਿ ਜੋ ਸਹੀ ਹੈ, ਇੰਡੀਪੈਂਡੈਂਟ ਐਕਟ ਕਰੇਗਾ। ਇਸ ਲਈ ਕੋਈ ਕੰਮ ਨਹੀਂ ਕਰੇਗਾ ਕਿਉਂਕਿ ਦੂਸਰੇ ਉਸ ਤੋਂ ਇਹ ਕੰਮ ਕਰਵਾਉਣਾ ਚਾਹੁੰਦੇ ਨੇ, ਜਾਂ ਦੂਸਰੇ ਕੀ ਕਹਿਣਗੇ, ਜਾਂ ਇੱਦਾਂ ਕਰਨ 'ਤੇ ਉਸਨੂੰ ਕੋਈ ਪਨਿਸ਼ਮੈਂਟ ਜਾਂ ਰਿਵੋਰਡ ਮਿਲੇਗਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਈਡ 'ਤੇ ਰੱਖ ਕੇ ਉਹ ਆਪਣੇ ਐਥਿਕਸ ਨੂੰ, ਆਪਣੇ ਪ੍ਰਿੰਸੀਪਲਸ ਨੂੰ, ਆਪਣੇ ਅਸੂਲਾਂ ਨੂੰ ਮੁੱਖ ਰੱਖਦਾ, ਅਤੇ ਉਹਦੇ ਮੁਤਾਬਿਕ ਜੋ ਨਿਆਂਪੂਰਨ ਹੈ, ਜੋ ਸਹੀ ਹੈ, ਉਹੀ ਕੰਮ ਕਰਦਾ ਹੈ। ਪਲੱਸ ਉਹ ਆਪਣੇ ਇੰਟਰਸਟ ਔਰ ਕਾਮਨ ਇੰਟਰਸਟ, ਯਾਨੀ ਕਿ ਸੋਸਾਇਟੀ ਦੇ ਜੋ ਇੰਟਰਸਟ ਹੁੰਦੇ ਆ, ਜੋ ਸਾਰਿਆਂ ਲਈ ਸਹੀ ਹੋਵੇ, ਉਸਨੂੰ ਜਿਹੜਾ ਉਹਨਾਂ ਦੋਨਾਂ ਦੇ ਵਿੱਚ ਬੈਲੈਂਸ ਬਣਾ ਕੇ ਇੱਥੇ ਚੱਲਦਾ। ਸੋ ਇਹ ਹੈਗੇ ਜੀ ਥਰਡ ਲੈਵਲ ਪੋਸਟ ਕਨਵੈਨਸ਼ਨਲ ਪੀਰੀਅਡ। ਜਿਹੜੇ ਵੀ ਸਟੂਡੈਂਟਸ ਤੇ ਕੋਲਬਰਗ ਨੇ ਐਕਸਪੈਰੀਮੈਂਟਸ ਕੀਤਾ, ਸੋ ਉਹਨਾਂ ਬੇਸਿਸ ਤੇ ਜਿਹੜਾ ਇਹ 3 ਲੈਵਲ ਜਿਹੜਾ ਉਸਨੇ ਮੋਰਲ ਡਿਵੈਲਪਮੈਂਟ ਦੇ ਵਿੱਚ ਦਿੱਤੇ। ਹੁਣ ਇਹਨਾਂ ਦੇ ਵਿੱਚ 2-2 ਸਟੇਜਿਸ ਹੈ, ਉਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਪੜ੍ਹਦੇ ਹਾਂ। ਹਾਂਜੀ, ਸਭ ਤੋਂ ਪਹਿਲਾਂ ਆ ਜਾਂਦੀ ਹੈ ਪ੍ਰੀ ਕਨਵੈਨਸ਼ਨਲ ਲੈਵਲ ਦੇ ਵਿੱਚ ਪਹਿਲੀ ਸਟੇਜ ਓਬੀਡੀਐਂਸ ਐਂਡ ਪਨਿਸ਼ਮੈਂਟ ਓਰੀਐਂਟੇਸ਼ਨ। ਸੋ ਇਸ ਸਟੇਜ ਦੇ ਵਿੱਚ ਜਿਹੜੇ ਬੱਚੇ ਹੁੰਦੇ ਆ, ਉਹਨਾਂ ਦਾ ਜਿਹੜਾ ਮੋਰਲ ਡਿਵੈਲਪਮੈਂਟ ਉਹ ਕਿਸ ਤਰ੍ਹਾਂ ਦਾ ਹੁੰਦਾ, ਉਹਨਾਂ ਨੂੰ ਲੱਗਦਾ ਹੈ ਕਿ ਅਗਰ ਉਹ ਗੱਲ ਮੰਨਣਗੇ ਆਪਣੇ ਵੱਡਿਆਂ ਦੀ ਤਾਂ ਉਹਨਾਂ ਨੂੰ ਰਿਵੋਰਡ ਮਿਲੇਗਾ, ਅਗਰ ਉਹ ਓਬੇ ਕਰਨਗੇ ਤਾਂ ਉਹਨਾਂ ਨੂੰ ਪਿਆਰ ਮਿਲੇਗਾ, ਲੇਕਿਨ ਅਗਰ ਉਹ ਓਬੇ ਨਹੀਂ ਕਰਨਗੇ ਤਾਂ ਉਹਨਾਂ ਨੂੰ ਪਨਿਸ਼ਮੈਂਟ ਮਿਲੇਗੀ। ਸੋ ਅਗਰ ਉਹ ਗੱਲ ਨਹੀਂ ਮੰਨਣਗੇ ਤਾਂ ਉਹਨਾਂ ਨੂੰ ਪਨਿਸ਼ਮੈਂਟ ਮਿਲੇਗੀ। ਸੋ ਪਨਿਸ਼ਮੈਂਟ ਤੋਂ ਬਚਣ ਲਈ ਹਮੇਸ਼ਾ ਆਪਣੀ ਜਿਹੜੇ ਜੋ ਵੀ ਉਹਨਾਂ ਨੂੰ ਕਿਹਾ ਜਾਂਦਾ, ਜੋ ਵੀ ਉਹਨਾਂ ਨੂੰ ਨਿਯਮ ਦੱਸੇ ਜਾਂਦੇ ਨੇ, ਰੂਲ ਦੱਸੇ ਜਾਂਦੇ ਨੇ, ਉਹਨਾਂ 'ਤੇ ਉਹ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਕੇ ਉਹਨਾਂ ਨੂੰ ਪੂਰਾ ਕਰਦੇ ਨੇ, ਉਹਨਾਂ ਨੂੰ ਕੰਮ ਕਰਦੇ ਨੇ। ਉਹਨਾਂ ਲਈ ਉਹੀ ਚੀਜ਼ ਸਹੀ ਹੋ ਜਾਂਦੀ ਹੈ ਜੋ ਕੰਮ ਕਰਨ 'ਤੇ ਉਹਨਾਂ ਨੂੰ ਪਿਆਰ ਮਿਲੇ, ਉਹਨਾਂ ਨੂੰ ਐਪਰੀਸੀਏਸ਼ਨ ਮਿਲੇ, ਲੇਕਿਨ ਜੋ ਕੰਮ ਕਰਨ 'ਤੇ ਉਹਨਾਂ ਨੂੰ ਡਾਂਟ ਮਿਲੇ, ਪਨਿਸ਼ਮੈਂਟ ਮਿਲੇ, ਉਹਨਾਂ ਲਈ ਉਹ ਚੀਜ਼ ਜਿਹੜੀ ਹੈ ਗਲਤ ਹੋ ਜਾਂਦੀ ਹੈ। ਸੋ ਉਹਨਾਂ ਨੂੰ ਇਸੇ ਚੀਜ਼ 'ਤੇ ਜਿਹੜਾ ਉਹ ਆਪਣਾ ਸਹੀ ਜਾਂ ਗਲਤ ਜਿਹੜਾ ਉਹ ਡਿਸਾਈਡ ਕਰ ਲੈਂਦੇ ਨੇ। ਸੋ ਆਈ ਥਿੰਕ ਤੁਹਾਨੂੰ ਇਹ ਚੀਜ਼ ਪਿਕਚਰ ਤੋਂ ਕਲੀਅਰ ਹੋ ਰਹੀ ਹੋਏਗੀ ਕਿ ਉਹ ਆਪਣਾ ਸਹੀ ਗਲਤ ਇਸ ਲੈਵਲ 'ਤੇ ਕਿਸ ਤਰ੍ਹਾਂ ਡਿਸਾਈਡ ਕਰਦੇ ਨੇ। ਅਗਰ ਕੋਈ ਕੰਮ ਕਰ ਰਿਹਾ ਉਸ 'ਤੇ ਉਸਨੂੰ ਐਪਰੀਸੀਏਸ਼ਨ ਮਿਲ ਰਹੀ ਹੈ ਤਾਂ ਉਹ ਕੰਮ ਸਹੀ, ਰਾਈਟ। ਅਗਰ ਉਹਨਾਂ ਨੂੰ ਉਹ ਕੰਮ ਕਰਨ 'ਤੇ ਡਾਂਟ ਮਿਲ ਰਹੀ ਹੈ ਤਾਂ ਫਿਰ ਉਹ ਕੰਮ ਜਿਹੜਾ ਉਹਨਾਂ ਲਈ ਰੋਂਗ ਹੋ ਜਾਂਦਾ। ਨੈਕਸਟ ਆ ਜਾਂਦਾ ਜੀ ਆਪਣੇ ਕੋਲ ਸੈਲਫ ਇੰਟਰਸਟ ਐਂਡ ਰਿਵੋਰਡ ਓਰੀਐਂਟੇਸ਼ਨ। ਇਸਨੂੰ ਟਿਟ ਫੋਰ ਟੈਟ ਦੀ ਸਟੇਜ ਵੀ ਕਿਹਾ ਜਾਂਦਾ ਹੈ। ਇਸ ਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਸੈਲਫ ਇੰਟਰਸਟ, ਇਸ ਦੇ ਵਿੱਚ ਬੱਚਾ ਜੋ ਆਪਣਾ ਸੈਲਫ ਇੰਟਰਸਟ, ਆਪਣਾ ਫਾਇਦਾ ਜਿਹੜਾ ਇਸ ਦੇ ਵਿੱਚ ਦੇਖਦਾ ਹੈ ਐਕਸਚੇਂਜ ਦੇ ਵਿੱਚ ਕਿ ਉਸਦਾ ਕੀ ਫਾਇਦਾ ਹੋ ਰਿਹਾ ਹੈ, ਰਿਵੋਰਡ ਕੀ ਮਿਲ ਰਿਹਾ ਉਸਨੂੰ। ਸੋ ਇਸ ਲਈ ਇਸਨੂੰ ਟਿਟ ਫੋਰ ਟੈਟ ਦੀ ਸਟੇਜ ਕਿਹਾ ਜਾਂਦਾ ਹੈ ਕਿ ਜੋ ਵੀ ਕੰਮ ਉਸਨੂੰ ਕਿਹਾ ਜਾ ਰਿਹਾ ਜਾਂ ਜੋ ਵੀ ਐਕਸ਼ਨ ਹੋ ਰਿਹਾ ਉਸਦੇ ਐਕਸਚੇਂਜ ਦੇ ਵਿੱਚ ਉਸਦਾ ਕੀ ਬੈਨੀਫਿਟ ਹੋ ਰਿਹਾ, ਉਸਨੂੰ ਕੀ ਮਿਲ ਰਿਹਾ, ਉਹ ਚੀਜ਼ ਜਿਹੜਾ ਬੱਚੇ ਇਸ ਦੇ ਵਿੱਚ ਦੇਖਦੇ। ਸੋ ਰੈਸੀਪ੍ਰੋਕਲ ਐਕਸ਼ਨ ਜਿਹੜਾ ਇਸ ਸਟੇਜ ਦੇ ਵਿੱਚ ਕਰਦਾ। ਸੈਲਫ ਸੈਂਟਰਡ ਹੁੰਦਾ ਹੈ, ਆਪਣੇ ਇੰਟਰਸਟ ਬਾਰੇ ਦੇਖਦੇ। ਮੰਨ ਲਓ ਉਸ ਬੱਚੇ ਨੂੰ ਕੁਝ ਜਿਹੜਾ ਦੂਸਰੇ ਬੱਚੇ ਨੇ ਕੋਈ ਗੱਲ ਜਿਹੜੀ ਕਲਾਸਰੂਮ ਦੇ ਵਿੱਚ ਕਹਿ ਦਿੱਤੀ ਹੈ, ਜਾਂ ਕੋਈ ਲੜਾਈ ਜਿਹੜੀ ਉਹਦੀ ਕਲਾਸਰੂਮ ਦੇ ਵਿੱਚ ਦੂਸਰੇ ਬੱਚੇ ਨਾਲ ਹੋ ਗਈ ਹੈ, ਤਾਂ ਉਹ ਵੀ ਜਵਾਬ ਦੇ ਵਿੱਚ ਜ਼ਰੂਰ ਉਸਨੂੰ 2 ਗੱਲਾਂ ਜਿਹੜੀਆਂ ਸੁਣਾ ਕੇ ਹੀ ਆਏਗਾ। ਸਟੇਜ ਦੇ ਵਿੱਚ ਬੱਚੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਏਗਾ ਉਹ ਵੀ ਬਿਲਕੁਲ ਉਸੇ ਤਰ੍ਹਾਂ ਦਾ ਵਿਵਹਾਰ ਕਰੇਗਾ। ਇਸਨੂੰ ਇਹਦੀ ਟਿਟ ਫੋਰ ਟੈਟ ਸਟੇਜ ਕਹਿੰਦੇ ਆ। ਜਿਸ ਤਰ੍ਹਾਂ ਤੁਸੀਂ ਬੱਚੇ ਨਾਲ ਵਿਵਹਾਰ ਕਰੋਗੇ ਉਹੀ ਵਿਵਹਾਰ ਜਿਹੜਾ ਬੱਚਾ ਉਹ ਸਾਹਮਣੇ ਵਾਲੇ ਨਾਲ ਕਰਦਾ ਹੈ। ਫੋਰ ਐਗਜ਼ਾਮਪਲ ਅਗਰ ਆਪਾਂ ਐਕਸਚੇਂਜ ਦੀ ਗੱਲ ਕਰ ਲਈਏ, ਅਗਰ ਇੱਕ ਬੱਚੇ ਨੂੰ ਜਿਹੜਾ ਕਿਹਾ ਜਾਂਦਾ ਕਿ ਤੁਸੀਂ ਬਾਜ਼ਾਰ ਦੇ ਵਿੱਚੋਂ ਜਾ ਕੇ ਸ਼ੋਪ 'ਤੇ ਜਾ ਕੇ ਕੋਈ ਚੀਜ਼ ਜਿਹੜੀ ਆ ਉਹ ਲੈ ਆ ਜਾਂ ਖਰੀਦ ਲਿਆ, ਤੇ ਉਸਨੂੰ ਕਿਹਾ ਜਾਵੇ ਕਿ ਤੈਨੂੰ ਇੱਦਾਂ ਕੰਮ ਕਰਨ ਦੇ ਲਈ ਐਕਸਟਰਾ ਤੋਂ ਜਿਹੜਾ ਕੁਝ ਰਿਵੋਰਡ ਦਿੱਤਾ ਜਾਏਗਾ ਜਾਂ ਐਕਸਟਰਾ ਤੋਂ ਕੋਈ ਟੌਫੀ ਦਿੱਤੀ ਜਾਏਗੀ। ਇਹ ਸੁਣ ਕੇ ਬੱਚਾ ਜਿਹੜਾ ਉਹ ਕੰਮ ਕਰਨ ਲਈ ਜਲਦੀ ਮੰਨ ਜਾਏਗਾ ਕਿਉਂਕਿ ਇਸ ਦੇ ਵਿੱਚ ਉਸਨੂੰ ਆਪਣਾ ਸੈਲਫ ਇੰਟਰਸਟ ਦਿਖਾਈ ਦੇ ਰਿਹਾ ਔਰ ਐਕਸਚੇਂਜ ਦੇ ਵਿੱਚ ਉਸਨੂੰ ਆਪਣਾ ਬੈਨੀਫਿਟ ਦਿਖਾਈ ਦੇ ਰਿਹਾ।
हाँ जी, नेक्स्ट अपने पास कन्वेंशनल ਲੈਵਲ ਜੋ ਕਿ 8 ਤੋਂ 13 ਸਾਲ ਤੱਕ ਦਾ ਹੁੰਦਾ ਹੈ। ਇਸ ਤੋਂ ਪਹਿਲਾਂ ਆਪਾਂ ਕਨਵੈਨਸ਼ਨਲ ਪ੍ਰੀ ਕਨਵੈਨਸ਼ਨਲ ਲੈਵਲ ਦੀ ਗੱਲ ਕੀਤੀ ਸੀ ਜੋ 3 ਤੋਂ 7 ਸਾਲ ਤੱਕ ਦੀ ਲੈਵਲ ਹੈ। ਆਪਾਂ ਗੱਲ ਕਰਦੇ ਜੀ ਕਨਵੈਨਸ਼ਨਲ ਲੈਵਲ ਦੀ ਜੋ 8 ਤੋਂ 13 ਸਾਲ ਤੱਕ ਦੇ ਬੱਚਿਆਂ ਦੇ ਵਿੱਚ ਦੇਖਿਆ ਜਾਂਦਾ ਹੈ। ਉਹਦੇ ਵਿੱਚ ਸਟੇਜ ਨੰਬਰ 3 ਆ ਜਾਂਦੀ ਹੈ ਇੰਟਰਪਰਸਨਲ ਰਿਲੇਸ਼ਨਸ਼ਿਪ, ਜਿਹਨੂੰ ਗੁੱਡ ਬॉय ਨਾਈਸ ਗਰਲ ਓਰੀਐਂਟੇਸ਼ਨ ਵੀ ਕਿਹਾ ਜਾਂਦਾ ਹੈ। ਜਿਵੇਂ ਆਪਾਂ ਪੜ੍ਹਿਆ ਸੀ ਲੈਵਲ 2 ਦੇ ਵਿੱਚ ਨੈਤਿਕ ਸਿੱਖਿਆ ਦਾ ਜੋ ਵਿਕਾਸ ਹੁੰਦਾ ਉਹ ਇਹਨਾਂ ਦੇ ਕੰਮ ਕਰਨ ਦੇ ਉੱਤੇ ਦੂਸਰਿਆਂ ਦਾ ਪ੍ਰਭਾਵ ਦੇਖਿਆ ਜਾਂਦਾ। ਉਹ ਦੂਸਰਿਆਂ ਦੇ ਐਕਸਪੈਕਟੇਸ਼ਨਸ ਨੂੰ ਫੁੱਲਫਿਲ ਕਰਨ ਲਈ ਆਪਣਾ ਵਰਕ ਕਰਦੇ ਨੇ। ਉਹਨਾਂ ਲਈ ਉਹੀ ਚੀਜ਼ ਸਹੀ ਹੁੰਦੀ ਹੈ ਜਿਸ ਨੂੰ ਦੂਸਰਿਆਂ ਵੱਲੋਂ ਸੋਸਾਇਟੀ ਵੱਲੋਂ ਐਪਰੀਸੀਏਸ਼ਨ ਮਿਲਦੀ ਹੈ। ਲੇਕਿਨ ਜੋ ਕੰਮ ਸੋਸਾਇਟੀ ਵੱਲੋਂ ਜਾਂ ਦੂਸਰਿਆਂ ਵੱਲੋਂ ਨਕਾਰਿਆ ਜਾਂਦਾ ਉਹਨਾਂ ਲਈ ਉਹ ਚੀਜ਼ ਬੁਰੀ ਹੋ ਜਾਂਦੀ ਹੈ, ਗਲਤ ਹੋ ਜਾਂਦੀ ਹੈ। ਸੋ ਉਹਨਾਂ ਲਈ ਸਹੀ ਗਲਤ ਚੀਜ਼ 'ਤੇ ਡਿਪੈਂਡ ਕਰਦਾ ਕਿ ਸੋਸਾਇਟੀ ਵੱਲੋਂ ਇੱਕ ਲੜਕੇ ਲਈ ਕੀ ਰੋਲ ਜਿਹੜਾ ਉਹ ਸੈੱਟ ਕੀਤਾ ਗਿਆ, ਉਸਦੇ ਲਈ ਕਿਹੜੇ ਕੰਮ ਸੈੱਟ ਕੀਤੇ ਗਏ ਨੇ। ਸੋ ਹਮੇਸ਼ਾ ਗੁੱਡ ਬॉय ਜਾਂ ਗੁੱਡ ਗਰਲ ਜਾਂ ਨਾਈਸ ਗਰਲ ਬਣਨ ਦੀ ਕੋਸ਼ਿਸ਼ ਕਰਦੇ ਨੇ ਜਿਸ ਤੋਂ ਉਹਨਾਂ ਨੂੰ ਸਮਾਜ ਦੇ ਵਿੱਚ ਐਪਰੀਸੀਏਸ਼ਨ ਮਿਲੇ, ਸਹੀ ਕਿਹਾ ਜਾਵੇ, ਪਸੰਦ ਕੀਤਾ ਜਾਵੇ। ਸੋ ਜਿਸ ਕੰਮ ਨੂੰ ਪਸੰਦ ਨਹੀਂ ਕੀਤਾ ਜਾਂਦਾ ਉਹਨਾਂ ਲਈ ਉਹ ਚੀਜ਼ ਰੋਂਗ ਹੋ ਜਾਂਦੀ ਹੈ। ਸੋ ਹਮੇਸ਼ਾ ਆਪਣੀ ਜਾਂ ਗਲਤ ਦੇ ਪਿੱਛੇ ਜੋ ਤਰਕ ਲਗਾਉਂਦੇ ਨੇ, ਉਸ ਤਰਕ ਦਾ ਜੋ ਆਧਾਰ ਬਣਾਉਂਦੇ ਨੇ, ਜੋ ਪ੍ਰਿੰਸੀਪਲਸ ਬਣਾਉਂਦੇ ਨੇ ਉਸ ਤਰਕ ਦੇ ਪਿੱਛੇ, ਉਹ ਦੂਸਰਿਆਂ ਦੀ ਐਕਸਪੈਕਟੇਸ਼ਨਸ ਨੂੰ ਬਣਾਉਂਦੇ ਨੇ। ਦੂਸਰਿਆਂ ਵੱਲੋਂ ਉਹਨਾਂ ਦੇ ਕੀਤੇ ਗਏ ਕੰਮ ਨੂੰ ਸਵੀਕ੍ਰਿਤੀ ਜਿਹੜੀ ਮਿਲਦੀ ਹੈ ਜਾਂ ਨਹੀਂ ਮਿਲਦੀ, ਉਸ ਚੀਜ਼ ਨੂੰ ਉਸਦਾ ਆਧਾਰ ਬਣਾਉਂਦੇ ਨੇ। ਇਸ ਤਰ੍ਹਾਂ ਉਹਨਾਂ ਦਾ ਨੈਤਿਕ ਵਿਕਾਸ ਜਿਹੜਾ ਇਸ ਸਟੇਜ ਤੇ ਹੁੰਦਾ ਹੈ। ਹਾਂਜੀ, ਉਸ ਤੋਂ ਬਾਅਦ ਆਪਣੇ ਪਾਸ ਆ ਜਾਂਦੀ ਹੈ ਸਟੇਜ ਨੰਬਰ 4 ਲੋ ਐਂਡ ਆਰਡਰ ਮੋਰੈਲਿਟੀ, ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਨੈਤਿਕਤਾ ਦਾ ਪੜਾਅ ਕਿਹਾ ਜਾ ਸਕਦਾ ਹੈ। ਸੋ ਇਸ ਦੇ ਵਿੱਚ ਕੀ ਹੁੰਦਾ ਹੈ, ਇਸ ਦੇ ਵਿੱਚ ਜਿਹੜਾ ਨੈਤਿਕ ਵਿਕਾਸ ਬੱਚਿਆਂ ਦਾ ਹੁੰਦਾ ਹੈ, ਇਸ ਦੇ ਵਿੱਚ ਉਹਨਾਂ ਦਾ ਸਹੀ ਗਲਤ ਦੇ ਪਿੱਛੇ ਜੋ ਉਹਨਾਂ ਦਾ ਤਰਕ ਬਣਦਾ, ਆਧਾਰ ਬਣਦਾ, ਉਹ ਇਹੀ ਹੁੰਦਾ ਹੈ ਕਿ ਸਾਨੂੰ ਇਸ ਲੈਵਲ ਤੇ ਉਹ ਇਹ ਸੋਚਦੇ ਆ ਕਾਨੂੰਨਾਂ ਦਾ ਜਿਹੜਾ ਪਾਲਣਾ ਉਹ ਕਰਨੀ ਚਾਹੀਦੀ ਹੈ। ਕਿਉਂਕਿ ਕਾਨੂੰਨ ਜਿਹੜੇ ਨੇ ਉਹ ਕਿਸੇ ਵੀ ਸਮਾਜਿਕ ਸੰਮੇਲਨ, ਕਿਸੇ ਵੀ ਸੁਸਾਇਟੀ ਨੂੰ, ਕਿਸੇ ਵੀ ਸਮਾਜ ਨੂੰ ਜਾਂ ਕਿਸੇ ਵੀ ਦੇਸ਼ ਨੂੰ ਸਹੀ ਕੰਮਕਾਜ ਕਰਨ ਲਈ ਜਿਹੜੇ ਮਹੱਤਵਪੂਰਨ ਹੁੰਦੇ ਨੇ। ਅਗਰ ਲੋ ਐਂਡ ਆਰਡਰ ਦੇ ਵਿੱਚ ਸਾਰਾ ਸਮਾਜ ਰਹੇਗਾ, ਕਾਨੂੰਨ ਨੂੰ ਫੋਲੋ ਕਰੇਗਾ, ਹੀ ਇੱਕ ਸਮਾਜ ਜਿਹੜਾ ਉਹ ਸਹੀ ਤਰੀਕੇ ਨਾਲ ਚੱਲ ਸਕਦਾ ਹੈ। ਸੋ ਉਹਨਾਂ ਦੇ ਮੁਤਾਬਿਕ ਕਾਨੂੰਨ ਜਿਹੜੇ ਹੈ ਜਾਂ ਨਿਯਮ ਜੋ ਬਣਾਏ ਹੋਏ ਨੇ ਉਹਨਾਂ ਨੂੰ ਜਿਹੜਾ ਹੈ ਉਹ ਹਰ ਹਾਲ ਦੇ ਵਿੱਚ ਪੂਰਾ ਕਰਨਾ ਹੀ ਚਾਹੀਦਾ ਹੈ। ਇਸ ਦੇ ਵਿੱਚ ਉਹਨਾਂ ਦੀ ਇੰਡੀਵਿਜੂਅਲ ਅਪਰੂਵਲ ਜਿਹੜੀ ਆ ਉਹ ਉਸ ਤੋਂ ਪਰੇ ਹੁੰਦੀ ਹੈ ਹਰ ਇੱਕ ਚੀਜ਼। ਸੋ ਇੰਡੀਵਿਜੂਅਲ ਅਪਰੂਵਲ ਨਹੀਂ ਦੇਖਦੇ, ਉਹ ਦੇਖਦੇ ਆ ਕਿ ਸੁਸਾਇਟੀ ਕਿਸ ਚੀਜ਼ ਨੂੰ ਅਪਰੂਵ ਕਰਦੀ ਹੈ, ਉਹ ਜਿਹੜੀ ਇਹਦੇ ਵਿੱਚ ਸਹੀ ਦੇਖੀ ਜਾਂਦੀ ਹੈ। ਜ਼ਿਆਦਾਤਰ ਜਿਹੜੇ ਐਕਟਿਵ ਮੈਂਬਰਸ ਨੇ ਉਹ ਇਸੇ ਸਟੇਜ ਦੇ ਵਿੱਚ, ਸਟੇਜ ਨੰਬਰ 4 ਦੇ ਵਿੱਚ ਦੇਖੇ ਜਾਂਦੇ ਨੇ। ਕਿਉਂਕਿ ਇੱਥੇ ਜਿਹੜੀ ਹੈ ਉਹਨਾਂ ਦੀ ਜੋ ਨੈਤਿਕ ਵਿਕਾਸ ਹੈ ਜਾਂ ਉਹਨਾਂ ਦੀ ਜੋ ਮੋਰੈਲਿਟੀ ਹੈ, ਉਹਨਾਂ ਵੱਲੋਂ ਸਹੀ ਜਾਂ ਗਲਤ ਜੋ ਉਹਨਾਂ ਵੱਲੋਂ ਡਿਸਾਈਡ ਕੀਤਾ ਜਾਂਦਾ ਹੈ, ਉਹ ਹਲੇ ਵੀ ਜਿਹੜਾ ਬਾਹਰੀ ਫੋਰਸ ਦੁਆਰਾ ਜਿਹੜਾ ਡਿਸਾਈਡ ਕੀਤਾ ਜਾਂਦਾ ਹੈ, ਬਾਹਰੀ ਵਿਅਕਤੀਆਂ ਦੁਆਰਾ ਡਿਸਾਈਡ ਕੀਤਾ ਜਾਂਦਾ ਹੈ। ਕਿਉਂਕਿ ਬਾਹਰਲੇ ਵਿਅਕਤੀ ਯਾਨੀ ਕਿ ਸੁਸਾਇਟੀ ਕੀ ਕਹਿੰਦੀ ਹੈ, ਉਹੀ ਉਹਨਾਂ ਦਾ ਇੰਡੀਵਿਜੂਅਲ ਡਿਸੀਜ਼ਨ ਬਣ ਜਾਂਦਾ ਹੈ। ਅੱਜ ਵੀ ਉਸਦੀ ਜੋ ਮੋਰੈਲਿਟੀ ਹੈ ਉਸਦਾ ਮੁੱਖ ਤੌਰ ਤੇ ਜਿਹੜੀ ਸ਼ਕਤੀ ਹੈ ਉਹ ਬਾਹਰਲੀ ਸ਼ਕਤੀ ਹੀ ਨਿਰਧਾਰਿਤ ਕਰਦੀ ਹੈ ਇਸ ਸਟੇਜ ਤੱਕ। ਸੋ ਉਹੀ ਕੰਮ ਕਰਨਗੇ ਥਰਡ ਔਰ ਫੋਰਥ ਸਟੇਜ ਦੇ ਵਿੱਚ, ਜਿਸ ਨੂੰ ਸਮਾਜ ਵੱਲੋਂ ਸਵੀਕ੍ਰਿਤੀ ਬਣੇਗੀ, ਮਿਲੇਗੀ। ਜੋ ਕੰਮ ਉਹ ਕਹਿਣਗੇ, ਜਿਸ ਤਰ੍ਹਾਂ ਦਾ ਉਹਨਾਂ ਦੇ ਵੱਲੋਂ ਇੱਕ ਸੁਸਾਇਟੀ ਵੱਲੋਂ ਡਿਸਾਈਡ ਕੀਤਾ ਜਾਂਦਾ ਕਿ ਇੱਕ ਗੁੱਡ ਬॉय ਦੇ ਇਹ ਰੋਲਸ ਨਹੀਂ ਹੈ, ਇੱਕ ਗੁੱਡ ਗਰਲ ਦੇ ਇਹ ਰੋਲਸ ਨਹੀਂ, ਉਹ ਉਹਨਾਂ ਰੋਲ ਦੇ ਵਿੱਚ ਆਪਣੇ ਆਪ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰਨਗੇ ਤੇ ਉਹੀ ਕੰਮ ਕਰਨਗੇ। ਤੇ ਜਿਸ ਚੀਜ਼ ਵੱਲੋਂ ਉਹਨਾਂ ਨੂੰ ਮਨਾ ਕੀਤਾ ਜਾਏਗਾ ਤੇ ਉਹ ਕੰਮ ਨਹੀਂ ਕਰਨਗੇ। ਜਿਹੜੇ ਵੀ ਲੋ ਐਂਡ ਆਰਡਰ, ਜਿਹੜੇ ਵੀ ਕਾਨੂੰਨ ਜਿਹੜੇ ਬਣਾਏ ਜਾਂਦੇ ਆ, ਨਿਯਮ ਬਣਾਏ ਜਾਂਦੇ ਆ, ਉਸ ਚੀਜ਼ ਨੂੰ ਉਹ ਅੱਖਾਂ ਬੰਦ ਕਰਕੇ ਫੋਲੋ ਕਰਨਗੇ। ਇਸ ਲਈ ਕਿ ਨਹੀਂ ਕਿ ਉਹਨਾਂ ਨੂੰ ਪਨਿਸ਼ਮੈਂਟ ਮਿਲੇਗੀ, ਬਲਕਿ ਇਸ ਲਈ ਤਾਂ ਕਿ ਉਹਨਾਂ ਨੂੰ ਸਮਾਜ ਦੇ ਵਿੱਚ ਸਵੀਕ੍ਰਿਤੀ ਮਿਲੇ। ਸਮਾਜ ਦੇ ਵਿੱਚ ਜਿਸ ਚੀਜ਼ ਨੂੰ ਸਹੀ ਕਿਹਾ ਜਾਂਦਾ ਉਸ ਨੂੰ ਉਹ ਮੰਨਣ, ਤੇ ਇੱਕ ਸਮਾਜ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਇਹ ਸਾਰੀ ਚੀਜ਼ਾਂ ਜ਼ਰੂਰੀ ਨੇ। ਇਸ ਚੀਜ਼ ਨੂੰ ਮੰਨਦੇ ਹੋਏ ਉਹ ਇਹ ਜਿਹੜਾ ਕੰਮ ਕਰਦੇ ਨੇ। ਪਨਿਸ਼ਮੈਂਟ ਨੂੰ ਸੋਚ ਕੇ ਉਹ ਫਸਟ ਲੈਵਲ ਤੇ ਕਰਦੇ ਨੇ, ਲੇਕਿਨ ਸਮਾਜ ਵੱਲੋਂ ਉਹਨਾਂ ਨੂੰ ਅਪਰੂਵਲ ਮਿਲੇ ਉਹ ਚੀਜ਼ ਨੂੰ ਸੋਚ ਕੇ ਉਹ ਸੈਕਿੰਡ ਲੈਵਲ ਤੇ ਆਪਣੇ ਸਾਰੇ ਕੰਮ ਕਰਦੇ ਨੇ। ਆਪਣੇ ਪਾਸ ਲੈਵਲ ਨੰਬਰ 3 ਪੋਸਟ ਕਨਵੈਨਸ਼ਨਲ ਲੈਵਲ। ਸੋ ਇਸ ਦੇ ਵਿੱਚ ਕੀ ਹੈਗਾ ਜੀ, ਇਸ ਦੇ ਵਿੱਚ ਆਪਣੇ ਪਾਸ 18+ ਈਅਰਸ ਦੇ ਵਿੱਚ ਬੱਚਿਆਂ ਵਿੱਚ ਦੇਖਿਆ ਜਾਂਦਾ। ਉਸ ਤੋਂ ਬਾਅਦ ਆ ਜਾਂਦਾ ਇਸ ਦੇ ਵਿੱਚ ਸਟੇਜ ਨੰਬਰ 5 ਸੋਸ਼ਲ ਕੰਟਰੈਕਟ ਓਰੀਐਂਟੇਸ਼ਨ। ਸੋ ਸੋਸ਼ਲ ਕੰਟਰੈਕਟ ਓਰੀਐਂਟੇਸ਼ਨ ਦੇ ਵਿੱਚ ਕੀ ਹੁੰਦਾ ਜੀ, ਇਸ ਦੇ ਵਿੱਚ ਜੋ ਨੈਤਿਕ ਵਿਕਾਸ ਦੇ ਪੜਾਅ ਤੇ ਪਹੁੰਚਣ ਵਾਲੇ ਜਿਹੜੇ ਵਿਅਕਤੀ ਹੁੰਦੇ ਨੇ ਉਹ ਵੱਖੋ ਵੱਖਰੇ ਵਿਚਾਰਾਂ ਤੇ ਅਧਿਕਾਰਾਂ ਤੇ ਕਦਰਾਂ ਕੀਮਤਾਂ ਨੂੰ ਧਾਰਨ ਕਰਦੇ, ਯਾਨੀ ਕਿ ਪਹਿਲਾਂ ਨਾਲੋਂ ਉਹਨਾਂ ਦੇ ਜੋ ਹੁਣ ਇਹਨਾਂ ਵਾਲੇ ਵਿਅਕਤੀ ਦੇ ਵਿੱਚ ਜੋ ਉਹਨਾਂ ਦੇ ਡਿਫਰੈਂਟ ਓਪੀਨੀਅਨਸ ਹੋ ਜਾਂਦੇ ਨੇ, ਯਾਨੀ ਕਿ ਉਹਨਾਂ ਦੇ ਵਿਚਾਰ ਜਿਹੜੇ ਡਿਫਰੈਂਟ ਹੋ ਜਾਂਦੇ ਨੇ, ਉਹਨਾਂ ਦੇ ਵੈਲਿਊਜ਼ ਡਿਫਰੈਂਟ ਹੋ ਜਾਂਦੀਆਂ ਨੇ। ਸੋ ਇਸ ਦੇ ਵਿੱਚ ਕੀ ਹੁੰਦਾ, ਉਹ ਕਾਨੂੰਨ ਨੂੰ ਸਖਤੀ ਨਾਲ ਇਸ ਕਰਕੇ ਨਹੀਂ ਮੰਨਦੇ ਕਿਉਂਕਿ ਬਸ ਕਾਨੂੰਨ ਦੇ ਨਿਯਮ ਹੈ ਤਾਂ ਆਪਾਂ ਨੂੰ ਮੰਨਣੇ ਹੈ ਜਾਂ ਇਸ ਤੋਂ ਬਾਅਦ ਆਪਾਂ ਨੂੰ ਪਨਿਸ਼ਮੈਂਟ ਮਿਲੇਗੀ ਜਾਂ ਸਮਾਜ ਕੀ ਹੋਏਗਾ, ਬਲਕਿ ਉਹ ਇਕੱਠੇ ਇੱਕ ਸਮਾਜਿਕ ਇਕਰਾਰਨਾਮੇ ਵਜੋਂ ਮੰਨਦੇ ਨੇ। ਉਸ ਸੋਸ਼ਲ ਕੰਟਰੈਕਟ ਦੇ ਮਤਲਬ ਸਮਾਜ ਦੇ ਵਿੱਚ ਜੋ ਸਾਰੇ ਇੱਕ ਦੂਸਰੇ ਨਾਲ ਇੱਕ ਇਕਰਾਰਨਾਮਾ ਕਰਕੇ ਕਿਸੇ ਚੀਜ਼ ਨੂੰ, ਜੋ ਚੀਜ਼ ਸਹੀ ਔਰ ਸਭ ਦੇ ਲਈ ਉਹਨੂੰ ਚਲਾਉਣ ਲਈ ਸਹੀ ਹੈ, ਸੋ ਆਪਸ ਦੇ ਵਿੱਚ ਇੱਕ ਇਕਰਾਰਨਾਮਾ ਕਰਕੇ, ਇੱਕ ਸੋਸ਼ਲੀ ਕੰਟਰੈਕਟ ਕਰਕੇ ਉਸ ਚੀਜ਼ ਨੂੰ ਮੰਨਿਆ ਜਾਂਦਾ ਜੋ ਸਾਰਿਆਂ ਲਈ ਕਲਿਆਣਕਾਰੀ ਹੋਵੇ। ਤੇ ਜਿਹੜੀ ਚੀਜ਼ਾਂ, ਜਿਹੜੇ ਨਿਯਮ ਕਲਿਆਣਕਾਰੀ ਨਹੀਂ ਹੁੰਦੇ ਉਹਨਾਂ ਖਿਲਾਫ ਆਵਾਜ਼ ਵੀ ਉਠਾਈ ਜਾਂਦੀ ਹੈ। ਤੁਸੀਂ ਇੱਥੇ ਦੇਖ ਸਕਦੇ ਹੋ ਉਹਨਾਂ ਖਿਲਾਫ ਆਵਾਜ਼ ਵੀ ਉਠਾਈ ਜਾਂਦੀ ਹੈ ਤੇ ਉਹਨਾਂ ਨੂੰ ਚੇਂਜ ਕਰਨ ਲਈ ਵੀ ਕਿਹਾ ਜਾਂਦਾ ਤੇ ਉਹਨਾਂ ਨੂੰ ਬਦਲਿਆ ਵੀ ਜਾਣਾ ਚਾਹੀਦਾ। ਇਹ ਜਿਹੜੀ ਚੀਜ਼ ਹੈ ਇੱਥੇ ਸੋਚ ਹੈ ਉਹਨਾਂ ਦੀ ਬਣਦੀ ਹੈ ਕਿ ਸੋਸ਼ਲ ਕੰਟਰੈਕਟ ਹੋਣਾ ਚਾਹੀਦਾ। ਸੋਸ਼ਲ ਕੰਟਰੈਕਟ ਦੇ ਅਕੋਰਡਿੰਗ ਜੋ ਚੀਜ਼ਾਂ ਕਲਿਆਣਕਾਰੀ ਨੇ ਸੁਸਾਇਟੀ ਲਈ ਉਹ ਚੀਜ਼ਾਂ ਕਰੋ, ਉਹ ਨਿਯਮਾਂ ਨੂੰ ਮੰਨੋ, ਤੇ ਜਿਹੜੀ ਚੀਜ਼ਾਂ ਸਹੀ ਨਹੀਂ ਹੈਗੀਆਂ ਉਹਨਾਂ ਨੂੰ ਬਦਲਿਆ ਵੀ ਜਾਣਾ ਚਾਹੀਦਾ। ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਆਪਣੇ ਪੰਜਾਬ ਦੇ ਵਿੱਚ ਜੋ ਨਿਯਮ ਜਾਂ ਜੋ ਕਾਨੂੰਨ ਜਿਸ ਵੀ ਚੀਜ਼ ਦੇ ਵਿੱਚ ਸਹੀ ਨਹੀਂ ਹੁੰਦੇ ਤਾਂ ਫਿਰ ਉਸਦੇ ਖਿਲਾਫ ਪ੍ਰੋਟੈਸਟ ਵੀ ਹੁੰਦਾ ਤੇ ਇੱਕ ਲੋਕਤੰਤਰੀ ਸਰਕਾਰ ਜਿਹੜੀ ਹੁੰਦੀ ਉਹ ਇਸੇ ਬੇਸ ਤੇ ਕੰਮ ਕਰਦੀ ਹੈ। ਜਿਹੜੀ ਚੀਜ਼ ਲੋਕਾਂ ਦੇ ਲਈ ਸਹੀ ਨਹੀਂ ਹੈ, ਲੋਕਾਂ ਨੂੰ ਸਹੀ ਨਹੀਂ ਲੱਗਦੀ, ਉਹਨਾਂ ਦੇ ਇੰਟਰਸਟ ਦੇ ਵਿੱਚ ਨਹੀਂ ਹੈ ਤਾਂ ਸਰਕਾਰ ਫਿਰ ਉਹਨਾਂ ਨਿਯਮਾਂ ਨੂੰ ਬਦਲਦੀ ਵੀ ਹੈ।
तो इसे बेस ते ਜਿਹੜਾ ਇਸ ਸਟੇਜ ਜਿਹੜੇ ਵਿਅਕਤੀ ਪਹੁੰਚ ਜਾਂਦੇ ਨੇ ਉਹ ਫਿਰ ਆਪਣੇ ਡਿਸੀਜ਼ਨ ਜਿਹੜੇ ਆਪਣੀ ਮੋਰੈਲਿਟੀ ਜਿਹੜੀ ਉਹਨਾਂ ਦੀ ਹੁੰਦੀ ਹੈ ਉਹ ਇਸ ਬੇਸ ਤੇ ਕੰਮ ਕਰਦੀ ਹੈ ਕਿ ਕੀ ਚੀਜ਼ ਜਿਹੜੇ ਸਮਾਜ ਲਈ ਆਪਸ ਦੇ ਵਿੱਚ ਕੰਟਰੈਕਟ ਕਰਕੇ ਸੁਸਾਇਟੀ ਜਿਹੜੀ ਲੋਕਾਂ ਲਈ ਸਹੀ ਹੈ ਤੇ ਕਿਹੜੀ ਚੀਜ਼ ਸਹੀ ਨਹੀਂ ਹੈ ਤੇ ਜੋ ਲੋਕਾਂ ਲਈ ਸਹੀ ਨਹੀਂ ਹੁੰਦੀ ਉਸ ਨੂੰ ਫਿਰ ਬਦਲਣ ਦੀ ਜਿਹੜੀ ਉਹ ਗੱਲ ਵੀ ਕੀਤੀ ਜਾਂਦੀ ਹੈ। ਹਾਂਜੀ, ਉਸ ਤੋਂ ਬਾਅਦ ਆ ਜਾਂਦੀ ਆਪਣੇ ਪਾਸ 6th ਸਟੇਜ ਯੂਨੀਵਰਸਲ ਐਥੀਕਲ ਪ੍ਰਿੰਸੀਪਲ ਓਰੀਐਂਟੇਸ਼ਨ ਵਿੱਚ ਕੀ ਹੁੰਦਾ ਇਸ ਸਟੇਜ ਤੇ ਮੋਰਲ ਰੀਜ਼ਨਿੰਗ ਜਿਹੜੀ ਉਹ ਬੇਸਡ ਹੁੰਦੀ ਹੈ ਜੀ ਐਬਸਟਰੈਕਟ ਰੀਜ਼ਨਿੰਗ ਤੇ ਮੂਰਤ ਤਰਕ ਤੇ ਬੇਸਡ ਹੁੰਦੀ ਹੈ। ਇਸ ਦੇ ਵਿੱਚ ਯੂਨੀਵਰਸਲ ਐਥੀਕਲ ਪ੍ਰਿੰਸੀਪਲ ਜਿਹੜੇ ਆ ਯੂਜ਼ ਕੀਤੇ ਜਾਂਦੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਵਿਅਕਤੀ ਦੇ ਜੋ ਅਸੂਲ ਹੁੰਦੇ ਨੇ ਯੂਨੀਵਰਸਲੀ ਜੋ ਐਕਸੈਪਟੇਬਲ ਅਸੂਲ ਹੁੰਦੇ ਨੇ ਕੁਝ ਸਿਧਾਂਤ ਹੁੰਦੇ ਨੇ ਉਹਨਾਂ ਨੂੰ ਜਿਹੜਾ ਇਸ ਦੇ ਵਿੱਚ ਬੇਸ ਬਣਾਇਆ ਜਾਂਦਾ ਹੈ। ਉਹੀ ਕੰਮ ਉਹੀ ਨਿਯਮ ਜਿਹੜੇ ਆ ਵੈਲਿਡ ਮੰਨੇ ਜਾਂਦੇ ਆ ਜਿਨ੍ਹਾਂ ਨੂੰ ਜਸਟੀਫਾਈ ਕੀਤਾ ਜਾ ਸਕੇ, ਜਿਨ੍ਹਾਂ ਨੂੰ ਜਾਇਜ਼ ਕਰਾਰ ਦਿੱਤਾ ਜਾ ਸਕੇ ਤੇ ਜਿਨ੍ਹਾਂ ਨੂੰ ਜਾਇਜ਼ ਕਰਾਰ ਨਹੀਂ ਦਿੱਤਾ ਜਾ ਸਕਦਾ ਜੋ ਬੇਇਨਸਾਫੀ ਵਾਲੇ ਹੁੰਦੇ ਨੇ ਉਹਨਾਂ ਨੂੰ ਨਹੀਂ ਮੰਨਿਆ ਜਾਂਦਾ, ਉਹਨਾਂ ਰੂਲਸ ਨੂੰ ਜਿਹੜਾ ਇੱਥੇ ਇਗਨੋਰ ਕਰ ਦਿੱਤਾ ਜਾਂਦਾ। ਕੋਈ ਵੀ ਕੰਮ ਇਸ ਲਈ ਨਹੀਂ ਕਰਦਾ ਕਿਉਂਕਿ ਇੱਕ ਲੀਗਲ ਰਾਈਟ ਹੈ ਜਾਂ ਕੋਈ ਸੋਸ਼ਲ ਕੰਟਰੈਕਟ ਹੈ, ਉਹ ਲਈ ਤਾਂ ਲੀਗਲ ਰਾਈਟ ਜਿਹੜਾ ਅਨਨੈਸੈਸਰੀ ਹੁੰਦਾ ਹੈ। ਸੋਸ਼ਲ ਕੰਟਰੈਕਟ ਜਿਹੜੇ ਮੁਤਾਬਿਕ ਕਿਸੇ ਵੀ ਕੰਮ ਨੂੰ ਸਪੈਸ਼ਲੀ ਮੋਰਲ ਐਕਸ਼ਨ ਦੇ ਵਿੱਚ ਜੋ ਸੋਸ਼ਲ ਕੰਟਰੈਕਟਸ ਹੈ ਉਹ ਅਸੈਂਸ਼ੀਅਲ ਨਹੀਂ, ਮਤਲਬ ਕਿਸੇ ਵੀ ਨੈਤਿਕ ਕਾਰਵਾਈ ਦੇ ਵਿੱਚ ਸਮਾਜਿਕ ਇਕਰਾਰਨਾਮਾ ਜਿਹੜਾ ਕਰਨਾ ਉਹ ਜ਼ਰੂਰੀ ਨਹੀਂ। ਕਈ ਵਾਰ ਨੈਤਿਕ ਕਾਰਵਾਈ ਕਰਨੀ ਜ਼ਰੂਰੀ ਹੁੰਦੀ ਹੈ ਪਰ ਉਹਦੇ ਵਿੱਚ ਸਮਾਜਿਕ ਇਕਰਾਰਨਾਮਾ ਨਹੀਂ ਹੁੰਦਾ। ਕੁਝ ਕੰਮ ਮੋਰਲੀ ਤੁਸੀਂ ਦੇਖ ਸਕਦੇ ਹੋ ਹਰ ਇੱਕ ਟਾਈਮ ਨਾਲ ਸਮਾਜ ਜਿਹੜਾ ਬਦਲਦਾ ਹੈ, ਸਮਾਜ ਦੇ ਵਿੱਚ ਇਕਰਾਰਨਾਮੇ ਜੋ ਸੋਸ਼ਲ ਕੰਟਰੈਕਟਸ ਕੀਤੇ ਹੁੰਦੇ ਨੇ ਇਹ ਸਭ ਸਮਾਜ ਵਾਲਿਆਂ ਨੇ ਮਿਲ ਕੇ ਆਪਸ ਦੇ ਵਿੱਚ ਜੋ ਸਹਿਮਤੀ ਨਾਲ ਕੁਝ ਲੋਜ਼ ਜਾਂ ਨਿਯਮ ਬਣਾਏ ਹੁੰਦੇ ਨੇ, ਸਮੇਂ-ਸਮੇਂ ਤੇ ਉਹਨਾਂ ਨਿਯਮਾਂ ਦੇ ਵਿੱਚ ਬਦਲਾਵ ਕਰਨ ਦੀ ਜ਼ਰੂਰਤ ਹੈ। ਲੇਕਿਨ ਜਦੋਂ ਬਦਲਾਵ ਕਰਨ ਦੀ ਜ਼ਰੂਰਤ ਹੁੰਦੀ ਹੈ ਇੱਕ ਮੋਰਲ ਲੈਵਲ ਤੇ ਉਹਦੇ ਵਿੱਚ ਚੇਂਜ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਉਸ ਟਾਈਮ ਸਮਾਜ ਦਾ ਇਕਰਾਰਨਾਮਾ ਨਹੀਂ ਹੁੰਦਾ। ਸੋ ਇਸ ਲਈ ਕਿਹਾ ਜਾਂਦਾ ਹੈ ਕਿ ਮੋਰਲ ਐਕਸ਼ਨ ਕਰਨ ਲਈ ਕਈ ਵਾਰ ਸੋਸ਼ਲ ਕੰਟਰੈਕਟਸ ਜਿਹੜੇ ਆ ਉਹ ਜ਼ਰੂਰੀ ਨਹੀਂ ਹੁੰਦੇ। ਸੋਸ਼ਲ ਕੰਟਰੈਕਟ ਅਗਰ ਨਾ ਵੀ ਹੋਵੇ, ਸੋਸਾਇਟੀ ਵੱਲੋਂ ਉਸ ਨੂੰ ਇਕਰਾਰਨਾਮਾ ਨਾ ਵੀ ਕੀਤਾ ਗਿਆ ਹੋਵੇ, ਤਦ ਵੀ ਅਗਰ ਕੋਈ ਐਕਸ਼ਨ ਮੋਰਲੀ ਨੈਤਿਕ ਤੌਰ ਤੇ ਕਰਨਾ ਸਹੀ ਹੈ ਤਾਂ ਉਹ ਸਹੀ ਕਰਨਾ ਜ਼ਰੂਰੀ ਹੁੰਦਾ ਹੈ। ਤੇ ਜੋ ਇੱਕ ਵਿਅਕਤੀ ਡਿਸੀਜਨ ਲੈਂਦਾ ਉਹ ਇਸ ਬੇਸਿਸ ਤੇ ਲੈਂਦਾ ਕਿ ਅਗਰ ਉਹ ਸਾਹਮਣੇ ਵਾਲੇ ਦੀ ਪਲੇਸ ਤੇ ਹੁੰਦਾ, ਉਸਦੀ ਜਗ੍ਹਾ ਤੇ ਹੁੰਦਾ ਤਾਂ ਉਸ ਸਿਚੁਏਸ਼ਨ ਦੇ ਵਿੱਚ ਉਹ ਕੀ ਕਰਦਾ, ਕੀ ਸੋਚਦਾ, ਕੀ ਵਿਸ਼ਵਾਸ ਕਰਦਾ, ਫਿਰ ਇਹ ਚੀਜ਼ ਸੋਚ ਕੇ ਜਿਹੜਾ ਉਹ ਇੱਕ ਡਿਸੀਜਨ ਲੈਂਦਾ ਹੈ। ਇੱਕ ਵਿਅਕਤੀ ਉਹ ਇਹ ਚੀਜ਼ ਸੋਚ ਕੇ ਡਿਸੀਜਨ ਨਹੀਂ ਲੈਂਦਾ ਕਿ ਉਸਨੇ ਪਨਿਸ਼ਮੈਂਟ ਨੂੰ ਅਵੋਇਡ ਕਰਨਾ ਹੈ ਜਾਂ ਉਸਦਾ ਲੀਗਲ ਐਕਸਪੈਕਟੇਸ਼ਨਸ ਕੀ ਨੇ, ਉਸਨੂੰ ਲੋ ਐਂਡ ਆਰਡਰ ਨੂੰ ਪੂਰਾ ਕਰਨਾ ਹੈ ਜਾਂ ਇਸ ਤੇ ਕੋਈ ਸਮਾਜਿਕ ਇਕਰਾਰਨਾਮਾ ਪਹਿਲਾਂ ਤੋਂ ਬਣਿਆ ਹੋਇਆ ਹੈ, ਇਸ ਤਰ੍ਹਾਂ ਦੇ ਰੂਲ ਪਹਿਲਾਂ ਤੋਂ ਚੱਲਦੇ ਆਏ ਨੇ, ਉਸਨੂੰ ਸਮਾਜ ਦੇ ਵਿੱਚ ਸਵੀਕ੍ਰਿਤੀ ਮਿਲੀ ਹੋਈ ਹੈ। ਸੋ ਇਹਨਾਂ ਚੀਜ਼ਾਂ ਨੂੰ ਸੋਚ ਕੇ ਉਹ ਨਹੀਂ ਲੈਂਦਾ। ਇੱਕ ਯੂਨੀਵਰਸਲੀ ਜੋ ਇੱਕ ਐਥਿਕ ਹੈ, ਯੂਨੀਵਰਸਲੀ ਜੋ ਇੱਕ ਸਿਧਾਂਤ ਹੈ, ਜੋ ਅਸੂਲ ਹੈ, ਜੋ ਹੋਣਾ ਚਾਹੀਦਾ ਮੋਰਲੀ, ਉਸ ਚੀਜ਼ ਨੂੰ ਉਹ ਕਰਦਾ ਚਾਹੇ ਉਸਦੇ ਲਈ ਆਲਰੇਡੀ ਲੋ ਹੋਵੇ ਜਾਂ ਨਾ ਹੋਵੇ, ਉਸਦੇ ਲਈ ਉਸਨੂੰ ਪਨਿਸ਼ਮੈਂਟ ਮਿਲੇ ਜਾਂ ਫਿਰ ਉਸਦੇ ਲਈ ਸਮਾਜਿਕ ਕੋਈ ਇਕਰਾਰਨਾਮਾ ਹੋਵੇ ਜਾਂ ਨਾ ਹੋਵੇ। ਸੋ ਇਹਨਾਂ ਸਾਰਿਆਂ ਨੂੰ ਸੋਚੇ ਬਿਨਾਂ ਉਹ ਆਪਣੇ ਸਿਧਾਂਤਾਂ ਨੂੰ, ਆਪਣੇ ਅਸੂਲ ਨੂੰ ਉੱਪਰ ਰੱਖਦਾ ਤੇ ਉਹੀ ਕੰਮ ਕਰਦਾ। ਹਾਲਾਂਕਿ ਇਸ ਸਟੇਜ ਦੇ ਵਿੱਚ, ਇਸ ਹਾਈ ਲੈਵਲ ਸਟੇਜ ਦੇ ਵਿੱਚ ਬਹੁਤ ਘੱਟ ਵਿਅਕਤੀ ਪਹੁੰਚ ਪਾਉਂਦੇ ਨੇ। ਉਹਨਾਂ ਦੇ ਡਿਸੀਜਨ ਕੰਟਰੋਲ ਕੋਈ ਵੀ ਬਾਹਰੀ ਸ਼ਕਤੀ ਨਹੀਂ ਕਰ ਰਹੀ ਹੁੰਦੀ, ਉਹਨਾਂ ਦੇ ਆਪਣੇ ਅਸੂਲ ਕਰਦੇ ਨੇ, ਉਹਨਾਂ ਦੇ ਆਪਣੇ ਸਿਧਾਂਤ ਕਰਦੇ ਨੇ। ਇਸ ਦੇ ਲਈ ਤੁਸੀਂ ਜਿੰਨੇ ਵੀ ਮਹਾਨ ਸ਼ਖਸੀਅਤਾਂ ਹੋਈਆਂ ਨੇ ਆਪਣੇ ਪੂਰੇ ਸੰਸਾਰ ਦੇ ਵਿੱਚ ਦੇਖ ਸਕਦੇ ਹੋ, ਨਾ ਈਵਨ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਜਿੰਨੀਆਂ ਵੀ ਮਹਾਨ ਸ਼ਖਸੀਅਤਾਂ ਹੋਈਆਂ ਨੇ, ਉਹ ਚਾਹੇ ਉਹ ਮਹਾਤਮਾ ਗਾਂਧੀ ਹੋਣ, ਚਾਹੇ ਉਹ ਨੈਲਸਨ ਮੰਡੇਲਾ ਹੋਣ, ਚਾਹੇ ਮਦਰ ਟੈਰੇਸਾ ਹੋਣ, ਬਾਕੀ ਹੋਰ ਜਿੰਨੇ ਵੀ ਮਹਾਨ ਸ਼ਖਸੀਅਤਾਂ ਹੋਈਆਂ ਨੇ ਉਹ ਸਾਰੇ ਵਿਅਕਤੀ ਹੀ ਇਸ ਸਟੇਜ ਦੇ ਜਿਹੜੇ ਉਹ ਪਹੁੰਚ ਚੁੱਕੇ ਸੀ ਕਿਉਂਕਿ ਉਹ ਆਪਣੇ ਸਿਧਾਂਤਾਂ ਤੇ ਆਪਣੇ ਅਸੂਲਾਂ ਨੂੰ ਉੱਪਰ ਰੱਖ ਕੇ ਫਿਰ ਹੀ ਕੋਈ ਡਿਸੀਜ਼ਨ ਲੈਂਦੇ ਸੀ। ਸੋ ਜਿਹੜਾ ਵੀ ਵਿਅਕਤੀ 6ਵੀਂ ਸਟੇਜ ਦੇ ਵਿੱਚ ਪਹੁੰਚ ਕੇ ਡਿਸੀਜ਼ਨ ਲੈਂਦਾ ਉਹੀ ਜਿਹੜਾ ਹੈ ਉਹ ਮਹਾਨ ਸ਼ਖਸੀਅਤ ਜਿਹੜੀ ਅੱਗੇ ਬਣਦਾ ਕਿਉਂਕਿ ਉਸਦੀ ਸੋਚ ਜਿਹੜੀ ਖੁੱਲੀ ਹੁੰਦੀ ਹੈ, ਉਸਦਾ ਮੋਰਲ ਡਿਵੈਲਪਮੈਂਟ ਬਿਲਕੁਲ ਹਾਈ ਲੈਵਲ ਦਾ ਹੁੰਦਾ ਤੇ ਉਹ ਆਪਣੇ ਉਸਦੇ ਡਿਸੀਜ਼ਨ ਦੇ ਉੱਤੇ ਕਿਸੇ ਬਾਹਰੀ ਚੀਜ਼ ਦਾ ਇਫੈਕਟ ਨਾ ਹੋ ਕੇ ਉਹੀ ਡਿਸੀਜ਼ਨ ਹੁੰਦਾ ਜੋ ਉਸਦੇ ਸਿਧਾਂਤਾਂ ਦੇ ਮੁਤਾਬਿਕ, ਉਸਦੇ ਅਸੂਲਾਂ ਦੇ ਮੁਤਾਬਿਕ ਸਹੀ ਹੈ ਜਾਂ ਗਲਤ ਹੈ। ਤੇ ਉਹ ਸਿਧਾਂਤ ਜਾਂ ਅਸੂਲ ਉਸਦੇ ਪ੍ਰਾਈਵੇਟ ਜਾਂ ਇੰਡੀਵਿਜੂਅਲ ਲੈਵਲ ਦੇ ਨਹੀਂ ਹੁੰਦੇ, ਯੂਨੀਵਰਸਲੀ ਹੁੰਦੇ ਨੇ, ਯਾਨੀ ਕਿ ਪੂਰੇ ਵਿਆਪਕ ਜਿਹੜੇ ਸਿਧਾਂਤ ਅਸੂਲ ਹੁੰਦੇ ਨੇ ਉਹਨਾਂ ਨੂੰ ਆਪਣੇ ਡਿਸੀਜ਼ਨ ਦਾ ਆਧਾਰ ਬਣਾਉਂਦਾ। ਹਾਂਜੀ, ਸੋ ਤਿੰਨੋਂ ਲੈਵਲ ਤੁਸੀਂ ਦੇਖ ਲਏ ਕੋਲਬਰਗ ਦੀ ਮੋਰਲ ਡਿਵੈਲਪਮੈਂਟ ਥਿਊਰੀ ਦੇ, ਉਹਨਾਂ ਦੇ ਆਪਾਂ ਸਟੇਜਸ ਪੜ੍ਹ ਲਏ। ਸੋ ਇਹਨਾਂ ਲੈਵਲਸ ਨੂੰ ਦੇਖ ਕੇ ਤੁਸੀਂ ਸਮਝ ਗਏ ਹੋਗੇ ਜੋ ਇਹ ਤਿੰਨ ਕੁਐਸਚਨਸ ਹੈਗੀਆਂ ਉਹ ਤਿੰਨੋਂ ਲੈਵਲਸ ਨੂੰ ਹੀ ਡਿਫਾਈਨ ਕਰ ਰਹੇ। ਫਸਟ ਕੁਐਸਚਨ ਜੋ ਹੈ ਉਹ ਪ੍ਰੀ ਕਨਵੈਨਸ਼ਨਲ ਲੈਵਲ ਨੂੰ ਡਿਫਾਈਨ ਕਰ ਰਿਹਾ ਜਿੱਥੇ ਉਹ ਪਨਿਸ਼ਮੈਂਟ ਨੂੰ ਅਵੋਇਡ ਕਰਨਾ ਚਾਹੁੰਦਾ ਹੈ। ਸੋ ਉਹਦੇ ਮੁਤਾਬਿਕ ਉਸਨੂੰ ਜਿਹੜਾ ਲੋ ਬ੍ਰੇਕ ਨਹੀਂ ਕਰਨਾ ਚਾਹੀਦਾ ਸੀ ਤੇ ਡਰੱਗ ਜਿਹੜੀ ਆ ਉਹ ਨਹੀਂ ਜਿਹੜੀ ਆ ਚੁਰਾਉਣੀ ਚਾਹੀਦੀ ਸੀ। ਲੇਕਿਨ ਜੋ ਸੈਕਿੰਡ ਕੁਐਸਚਨ ਹੈ ਉਹ ਕਨਵੈਨਸ਼ਨਲ ਲੈਵਲ ਨੂੰ ਡਿਫਾਈਨ ਕਰਦਾ ਹੈ ਜਿੱਥੇ ਉਸਨੂੰ ਕਹਿ ਕੇ ਉਹ ਡਰੱਗ ਚੁਰਾ ਸਕਦਾ ਹੈ ਲੇਕਿਨ ਉਸ ਤੋਂ ਬਾਅਦ ਉਸਨੂੰ ਜੇਲ੍ਹ ਜਾਣਾ ਚਾਹੀਦਾ ਸੀ। ਥਰਡ ਕੁਐਸਚਨ ਜਿਹੜਾ ਉਹ ਥਰਡ ਲੈਵਲ ਨੂੰ ਡਿਫਾਈਨ ਕਰ ਰਹੇ ਤੇ ਪੋਸਟ ਕਨਵੈਨਸ਼ਨਲ ਲੈਵਲ ਜਿੱਥੇ ਉਹ ਕਹਿ ਰਹੇ ਕਿ ਉਹ ਇਹ ਸੋਚ ਕੇ ਡਿਸੀਜ਼ਨ ਲੈਂਦੇ ਇੱਥੇ ਵਿਅਕਤੀ ਕਿ ਮੈਂ ਉਹਦੀ ਜਗ੍ਹਾ ਤੇ ਹੁੰਦਾ ਤਾਂ ਕੀ ਕਰਦਾ। ਸੋ ਉਹਨਾਂ ਦੇ ਮੁਤਾਬਿਕ ਕਿ ਇੱਥੇ ਡਰੱਗ ਜਿਹੜੀ ਉਹ ਚੁਰਾ ਵੀ ਸਕਦਾ ਤੇ ਉਸਨੂੰ ਜੇਲ੍ਹ ਵੀ ਨਹੀਂ ਜਾਣਾ ਚਾਹੀਦਾ ਕਿਉਂਕਿ ਜੋ ਹੋ ਰਿਹਾ ਸੀ ਉਹ ਅਨਫੇਅਰ ਸੀ। ਸੋ ਇਹ ਤਿੰਨੇ ਕੁਐਸਚਨ ਜਿਹੜੇ ਹੁਣ ਤਿੰਨ ਲੈਵਲ ਨੂੰ ਜਿਹੜੇ ਇੱਥੇ ਡਿਫਾਈਨ ਕਰ ਰਹੇ ਆ। ਜੀ ਕੋਲਬਰਗ ਦੀ ਮੋਰਲ ਡਿਵੈਲਪਮੈਂਟ ਥਿਊਰੀ ਲਿਖਣਾ ਆਪਾਂ ਪੜ੍ਹਦੇ ਇਸ ਦੇ ਕ੍ਰਿਟਿਸਿਜ਼ਮ ਵੀ ਕੀਤੇ ਗਏ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਜੀ ਕੈਰੋਲ ਗਿਲੀਗਨ ਦੀ, ਜੋ ਇੱਕ ਲੇਡੀ ਹੋਈਆਂ ਉਹਨਾਂ ਨੇ ਕੈਰੋਲ ਗਿਲੀਗਨ ਦੀ ਇਹਨਾਂ ਨੇ ਕੋਲਬਰਗ ਦੀ ਥਿਊਰੀ ਨੂੰ ਕ੍ਰਿਟਿਸਾਈਜ਼ ਕੀਤਾ। ਉਹਨਾਂ ਨੇ ਕਿਹਾ ਕਿ ਇਹ ਜਿਹੜੀ ਥਿਊਰੀ ਸੀਗੀ ਇਹ ਉਹਨਾਂ ਨੇ ਫੋਕਸ ਕੀਤਾ ਸੀ ਸਿਰਫ ਬॉयਜ਼ ਤੇ ਕਿਉਂਕਿ ਉਹਨਾਂ ਦੇ ਆਪਣੇ ਐਕਸਪੈਰੀਮੈਂਟਸ ਕਰਨ ਲਈ ਜੋ ਵੀ ਜਿਹੜੇ ਸਟੂਡੈਂਟਸ ਲਿੱਤੇ ਸੀ ਉਹ ਸਾਰੇ ਹੀ ਬॉयਜ਼ ਸੀ। ਸੋ ਉਹਨਾਂ ਨੇ ਇੱਥੇ ਜਿਹੜਾ ਇੱਕ ਜੈਂਡਰ ਬਾਇਸਨੈਸ ਕੀਤੀ ਸੀ, ਬਾਇਸਡ ਸੈਂਪਲ ਲਿੱਤੇ ਗਏ। ਸੋ ਉਹਨਾਂ ਨੇ ਬੋਲਿਆ ਕਿ ਕੋਲਬਰਗ ਸੈਡ ਵੂਮਨਸ ਮੋਰੈਲਿਟੀ ਇਜ਼ ਲੈਸ ਫੁਲੀ ਡਿਵੈਲਪਡ ਦੈਨ ਮੈਨਸ। ਤਾਂ ਉਹਨਾਂ ਵੱਲੋਂ ਇਹ ਜਿਹੜਾ ਬਾਇਸਨੈਸ ਦਿਖਾਏਗੀ ਕਿ ਜਿਹੜੀ ਇੱਕ ਔਰਤ ਦੀ ਮੋਰੈਲਿਟੀ ਹੁੰਦੀ ਹੈ ਉਹ ਲੈਸ ਡਿਵੈਲਪ ਹੁੰਦੀ ਹੈ ਮੈਨ ਨਾਲੋਂ।
Gilligan said that boys have a more absolute perspective on morality, while girls tend to look at the situation and relationship of people involved before making a decision. ਪਰ ਉੱਥੇ ਹੀ ਗਿਲੀਗਨ ਦਾ ਕਹਿਣਾ ਹੈ ਬॉयਜ਼ ਹੁੰਦੇ ਨੇ ਉਹਨਾਂ ਦੀ ਜੋ ਮੋਰੈਲਿਟੀ ਹੈਗੀ ਉਹ ਕਾਫੀ ਐਬਸੋਲਿਊਟ ਪਰਸਪੈਕਟਿਵ ਦੀ ਹੁੰਦੀ ਹੈ, ਲੇਕਿਨ ਉੱਥੇ ਜਿਹੜੀਆਂ ਲੜਕੀਆਂ ਹੁੰਦੀਆਂ ਨੇ ਉਹ ਪਹਿਲਾਂ ਸਿਚੁਏਸ਼ਨ ਨੂੰ ਦੇਖਦੀਆਂ ਨੇ, ਲੋਕਾਂ ਦਾ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਦੇਖਦੀਆਂ ਨੇ, ਉਸ ਸਿਚੁਏਸ਼ਨ ਨਾਲ ਰਿਲੇਸ਼ਨਸ਼ਿਪ ਦੇਖਦੀਆਂ ਨੇ ਅਤੇ ਉਸ ਤੋਂ ਬਾਅਦ ਹੀ ਕੋਈ ਡਿਸੀਜ਼ਨ ਲੈਂਦੀਆਂ ਨੇ। ਸੋ ਗਿਲੀਗਨ ਦੇ ਮੁਤਾਬਿਕ ਵਿਮਨਸ ਜਿਹੜੀਆਂ ਨੇ ਯਾਨੀ ਕਿ ਔਰਤਾਂ ਜਿਹੜੀਆਂ ਨੇ ਉਹ ਜ਼ਿਆਦਾ ਡਿਵੈਲਪ ਹੁੰਦੀਆਂ ਨੇ ਮੋਰਲੀ ਦੈਨ ਮੈਨ, ਲੇਕਿਨ ਜਿਹੜੇ ਕੋਲਬਰਗ ਸੀ ਉਹ ਕਹਿੰਦੇ ਸੀ ਕਿ ਨਹੀਂ, ਮੈਨ ਜ਼ਿਆਦਾ ਜਿਹੜੇ ਮੋਰਲੀ ਡਿਵੈਲਪ ਹੁੰਦੇ ਆ ਵੂਮਨਸ ਨਾਲੋਂ, ਅਤੇ ਇਸ ਲਈ ਉਹਨਾਂ ਨੇ ਸਿਰਫ ਬॉयਜ਼ ਨੂੰ ਹੀ ਆਪਣੇ ਸੈਂਪਲਸ ਦੇ ਵਿੱਚ ਇਨਕਲੂਡ ਕੀਤਾ। ਸੋ ਇਸ ਬੇਸਿਸ 'ਤੇ ਉਹਨਾਂ ਦੀ ਜੋ ਥਿਊਰੀ ਆ ਉਹ ਕਾਫੀ ਕ੍ਰਿਟੀਸਾਈਜ਼ ਕੀਤੀ ਗਈ ਕੈਰੋਲ ਗਿਲਗਨ ਦੁਆਰਾ। ਤੋਂ ਇਲਾਵਾ ਕਿਹਾ ਗਿਆ ਕਿ ਉਹਨਾਂ ਦੀ ਜੋ ਮੋਰਲ ਡਿਵੈਲਪਮੈਂਟ ਥਿਊਰੀ ਉਹ ਹਰ ਇੱਕ ਕਲਚਰ ਦੇ ਵਿੱਚ ਐਪਲੀਕੇਬਲ ਨਹੀਂ ਹੈ, ਹਰ ਇੱਕ ਕਲਚਰ ਦੇ ਵਿੱਚ ਇਸ ਚੀਜ਼ ਜਿਹੜੀ ਅਪਲਾਈ ਨਹੀਂ ਹੁੰਦੀ, ਕਿਉਂਕਿ ਹਰ ਇੱਕ ਕਲਚਰ ਦੇ ਵਿੱਚ ਜਿਹੜੇ ਲੋਕਾਂ ਦੀ ਜੋ ਸੋਚ ਹੈਗੀ ਆ ਉਹ ਸੇਮ ਨਹੀਂ ਹੁੰਦੀ, ਜੋ ਆਪਾਂ ਇਹਨਾਂ ਤਿੰਨਾਂ ਲੈਵਲ ਦੇ ਵਿੱਚ ਦੇਖੀ। ਉਸ ਤੋਂ ਬਾਅਦ ਇਹਨਾਂ ਦੀ ਕਿਹਾ ਗਿਆ ਕਿ ਜੋ ਸਿਚੁਏਸ਼ਨਸ ਉਹਨਾਂ ਨੇ ਬੱਚਿਆਂ ਨੂੰ ਦਿੱਤੀ ਜਿਸ ਤੋਂ ਆਨਸਰਸ ਉਹਨਾਂ ਨੇ ਲਿੱਤੇ, ਉਸ ਤੋਂ ਬਾਅਦ ਇਹ ਮੋਰਲ ਡਿਵੈਲਪਮੈਂਟ ਥਿਊਰੀ ਬਣਾਈ। ਸੋ ਇਹ ਸਾਰੀ ਹਾਈਪੋਥੈਟੀਕਲ ਸਿਚੁਏਸ਼ਨ ਸੀਗੀਆਂ, ਹਾਈਪੋਥੈਟੀਕਲ ਯਾਨੀ ਕਿ ਇਮੈਜਨਰੀ, ਜੋ ਸੋਚ ਦੇ ਵਿੱਚ ਇੱਕ ਕਾਲਪਨਿਕ ਕਹਾਣੀ ਹੋਵੇ। ਜ਼ਰੂਰੀ ਨਹੀਂ ਕਿ ਇੱਕ ਕਾਲਪਨਿਕ ਕਹਾਣੀ ਦੇ ਵਿੱਚ ਇੱਕ ਬੱਚਾ ਜੋ ਆਨਸਰ ਦਿੰਦਾ ਜਾਂ ਇੱਕ ਉਹਨਾਂ ਦੇ ਜੋ ਵੀ ਸਟੂਡੈਂਟ ਸੀਗੇ ਉਹਨਾਂ ਨੇ ਜੋ ਆਨਸਰ ਦਿੱਤੇ ਜਾਂ ਜੋ ਉਹਨਾਂ ਦਾ ਸੋਚ ਸੀ ਜਾਂ ਮੰਨਣਾ ਸੀਗਾ, ਉਹ ਰੀਅਲ ਸਿਚੁਏਸ਼ਨ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਫੇਸ ਕਰਨ ਉਹ ਸੇਮ ਹੀ ਆਨਸਰ ਕਰਨਗੇ ਜਾਂ ਸੇਮ ਹੀ ਇਸ ਤਰ੍ਹਾਂ ਐਕਟ ਕਰਨਗੇ। ਮੇ ਬੀ ਰੀਅਲ ਸਿਚੁਏਸ਼ਨ ਦੇ ਵਿੱਚ ਕਿਸੇ ਹੋਰ ਤਰ੍ਹਾਂ ਐਕਟ ਕਰਨ, ਇੱਥੇ ਬੈਠ ਕੇ ਉਹ ਆਨਸਰ ਕੁਝ ਹੋਰ ਦੇ ਰਹੇ ਸੀ। ਸੋ ਇਹ ਹਾਈਪੋਥੈਟੀਕਲ ਸਿਚੁਏਸ਼ਨ ਸੀ, ਇਹਨਾਂ ਤੋਂ ਕੋਈ ਜਿਹੜੀ ਸਹੀ ਬਿਲਕੁਲ ਸਟੀਕ ਜਿਹੜੀ ਮੋਰਲ ਡਿਵੈਲਪਮੈਂਟ ਥਿਊਰੀ ਜਿਹੜੀ ਉਹ ਨਹੀਂ ਬਣ ਸਕਦੀ ਸੀ। ਸੋ ਇਹ ਜਿਹੜੇ ਇਹਨਾਂ ਬੇਸਿਸ 'ਤੇ ਉਹਨਾਂ ਦੀ ਜਿਹੜੀ ਥਿਊਰੀ ਹੈਗੀ ਹੈ ਉਹ ਕਾਫੀ ਕ੍ਰਿਟੀਸਾਈਜ਼ ਕੀਤੀ ਗਈ ਹੈ। ਇਸ ਜੀ ਲੋਰੈਂਸ ਕੋਲਬਰਗ ਦੀ ਮੋਰਲ ਡਿਵੈਲਪਮੈਂਟ ਥਿਊਰੀ। ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਈ ਹੋਏਗੀ। ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ। CDP ਕੋਰਸ ਦੇ ਪੂਰੇ ਨੋਟਸ ਔਰ MCQs ਦੀ ਪੂਰੀ PDF ਤੁਹਾਨੂੰ ਟੈਲੀਗ੍ਰਾਮ ਚੈਨਲ ਤੋਂ ਮਿਲੇਗੀ। ਸੋ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਆਪਣਾ ਫੀਡਬੈਕ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ। ਥੈਂਕ ਯੂ।